ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਅਰਜਨ ਜੀ ਗੁਰ ਭਏ ਪਰਉਪਕਾਰੀ ਪੀਨ। ਕਰਹਿ ਉਦਾਹਰਨ ਅਨਕ ਹੀ ਦੇ ਉਪਦੇਸ਼ ਪ੍ਰਬੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਦੇ ਪਵਿੱਤਰ ਚਰਨਾਂ 'ਚ ਸੰਧਿਆ ਦੇ ਦੀਵਾਨਾਂ 'ਚ ਹਾਜ਼ਰੀਆਂ ਭਰੀਆਂ ਨੇ। ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਮਹਾਰਾਜ ਦੀ ਬਾਣੀ ਦਾ ਪਾਠ ਕੀਰਤਨ ਅੰਮ੍ਰਿਤ ਵੇਲੇ ਔਰ ਸ਼ਾਮ ਨੂੰ ਗੁਰੂ ਦੇ ਸਿੱਖ ਸੁਣਦੇ ਹਨ, ਕਥਾ ਕੀਰਤਨ ਸੁਣਦੇ ਹਨ। ਕਥਾ ਕੀਰਤਨ ਸੁਖਦਾਈ। ਮਹਾਰਾਜ ਨੇ ਕੀਰਤਨ ਨੂੰ ਪ੍ਰਧਾਨ ਕਿਹਾ ਹੈ। ਸਭ ਤੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਤੇ ਕਥਾ ਨੂੰ ਸਭ ਤੋਂ ਉੱਤਮ ਕਿਹਾ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ। ਤੋ ਕਥਾ ਕੀਰਤਨ ਦਾ ਆਪ ਜੀ ਆਨੰਦ ਮਾਣ ਰਹੇ ਸੀ। ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਕੀਰਤਨ ਸਰਵਣ ਕੀਤਾ ਹੈ। ਹੁਣ ਜਗਤ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤਾਪ ਹਾਰ। ਇਹ ਜਿਹੜਾ ਗੁਰੂ ਦਾ ਇਤਿਹਾਸ ਹੈ ਨਾ, ਇਹ ਗੁਰੂ ਪਰਮੇਸ਼ਰ ਦੀ ਕਥਾ ਹੈ। ਸਰਗੁਣ ਸਰੂਪ ਵਿੱਚ ਵੀ ਪਰਮੇਸ਼ਰ ਵਰਤਦਾ, ਨਿਰਗੁਣ ਸਰੂਪ ਵਿੱਚ ਵੀ ਵਰਤਦਾ ਹੈ। ਨਿਰਗੁਣ ਕਥਾ ਹੈ ਹਰ ਕੀ। ਜਿਹੜੀ ਗੁਰਬਾਣੀ ਵਿੱਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੈ, ਨਿਰਗੁਣ ਸਰੂਪ ਦੀ ਹੈ। ਹਰੀ ਦੀ ਕਥਾ, ਪਰਮੇਸ਼ਰ ਦੀ ਕਥਾ ਨਿਰਗੁਣ ਕਥਾ ਹੈ, ਨਿਰਗੁਣ ਸਰੂਪ ਦੀ ਕਥਾ ਹੈ, ਅਕਥ ਕਥਾ ਹੈ। ਜਿਹੜੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੈ, ਪੰਥ ਪ੍ਰਕਾਸ਼ ਦੀ ਕਥਾ ਹੈ, ਇਹ ਪਰਮੇਸ਼ਰ ਦੇ ਸਰਗੁਣ ਸਰੂਪ ਦੀ ਕਥਾ ਹੈ। ਪਹਿਲਾਂ 10 ਜਾਮਿਆਂ ਵਿੱਚ ਮਹਾਰਾਜ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਗੁਰੂਆਂ ਦਾ, ਸਰਗੁਣ ਸਰੂਪ ਦੀ ਕਥਾ ਲਿਖੀ ਹੈ। ਫਿਰ ਖਾਲਸਾ ਪੰਥ ਜੋ ਗੁਰੂ ਦਾ ਸਾਜਿਆ ਹੋਇਆ ਹੈ, ਮਹਾਨ ਮਹਾਂਪੁਰਸ਼ ਸ਼ਹੀਦ ਯੋਧੇ ਸੰਤ ਸਿਪਾਹੀ, ਉਹਨਾਂ ਮਹਾਂਪੁਰਸ਼ਾਂ ਦੀ ਕਥਾ ਭਾਈ ਰਤਨ ਸਿੰਘ ਜੀ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖੀ ਹੈ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖੀ ਹੈ। ਹੋਰ ਪ੍ਰਸਿੱਧ ਇਤਿਹਾਸਕ ਗ੍ਰੰਥਾਂ ਵਿੱਚ ਇਹ ਪਰਮੇਸ਼ਰ ਦੇ ਸਰਗੁਣ ਸਰੂਪ ਹਨ। ਖਾਲਸਾ ਤੇ ਗੁਰੂ ਇੱਕ ਰੂਪ ਹਨ। ਸੋ ਜਿਨ੍ਹਾਂ ਨੂੰ ਇਹ ਭੇਦ ਆ ਜਾਂਦਾ ਹੈ, ਸ਼ਰਧਾ ਬਣਦੀ ਹੈ ਗੁਰੂ ਉੱਤੇ, ਉਹ ਆਪਣੇ ਮਨੁੱਖਾ ਜੀਵਨ ਦਾ ਲਾਹਾ ਲੈ ਕੇ ਜੀਵਨ ਸਫਲਾ ਕਰਕੇ ਸੰਸਾਰ ਤੋਂ ਜਾਂਦੇ ਹਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਜਾਂਦੇ ਹਨ। ਸੋ ਆਪ ਜੀ ਕਥਾ ਸਰਵਣ ਕਰ ਰਹੇ ਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੀ। ਆਓ ਉਹਨਾਂ ਦੇ ਚਰਨਾਂ 'ਚ ਸੁਰਤੀ ਜੋੜੀਏ। ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਅਰਜਨ ਜੀ ਗੁਰ ਭਏ। ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹਨ 1581 ਈਸਵੀ ਦੇ ਵਿੱਚ, ਪਰਉਪਕਾਰੀ ਪੀਨ ਔਰ ਬੜੇ ਭਾਰੀ ਪਰਉਪਕਾਰੀ ਸਤਿਗੁਰੂ ਹਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦਾ ਖਿਵੈ ਚੰਦੋਆ, ਜਿਨ੍ਹਾਂ ਦਾ ਜਸ ਰੂਪੀ ਚੰਦੋਆ ਸਾਰੇ ਪਾਸੇ ਪਸਰਿਆ ਹੈ। ਕਰਹਿ ਉਦਾਹਰਨ ਅਨੇਕ ਕੀ। ਮਹਾਰਾਜ ਅਨੇਕਾਂ ਦਾ ਹੀ ਉਦਾਹਰ ਕਰ ਰਹੇ ਨੇ। ਅਨੇਕ ਜੀਵਾਂ ਦਾ, ਪਾਪੀਆਂ ਦਾ ਇਸ ਸੰਸਾਰ ਤੋਂ ਬੇੜਾ ਪਾਰ ਕਰ ਰਹੇ ਹਨ। ਦੇਵ ਉਪਦੇਸ਼ ਪ੍ਰਬੀਨ। ਆਪਣੇ ਉਪਦੇਸ਼ ਦੁਆਰਾ, ਆਪਣੀ ਸਿੱਖਿਆ ਦੁਆਰਾ ਸਾਰਿਆਂ ਦੇ ਤਪਦੇ ਹਿਰਦਿਆਂ ਨੂੰ ਠੰਡ ਪਾਉਂਦੇ ਹਨ। ਮਹਾਰਾਜ ਐਸਾ ਉਪਦੇਸ਼ ਦਿੰਦੇ ਹਨ, ਉਪਦੇਸ਼ ਨੂੰ ਸੁਣ ਕੇ ਚੋਰ, ਯਾਰ, ਠੱਗ, ਬੇਈਮਾਨ, ਪਾਪੀ ਬੰਦੇ ਸਾਧੂ ਸੰਤ ਮਹਾਤਮਾ ਬ੍ਰਹਮ ਗਿਆਨੀ ਬਣ ਜਾਂਦੇ ਹਨ। ਜੀਵਨ ਪਲਟਾ ਖਾ ਜਾਂਦਾ ਹੈ। ਇਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਂਦੇ ਹਨ। ਹਾਂਜੀ।
ਚੌਪਈ ਬਚਨ ਪਿਤਾ ਕੇ ਸਿਮਰਨ ਕਰੇ। ਹੁਣ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨਾਂ ਨੂੰ ਯਾਦ ਕਰਦੇ ਹਨ। ਤੀਰਥ ਸਿਰਜਣ ਇੱਛਾ ਧਰੇ। ਮਹਾਨ ਪਵਿੱਤਰ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਰਚਨਾ ਕਰਨ ਦੀ ਇੱਛਾ ਕਰਦੇ ਹਨ। ਕਰਿਓ ਪ੍ਰਥਮ ਬੀਤਿਓ ਚਿਰਕਾਲ। ਕਿਉਂਕਿ ਗੁਰੂ ਰਾਮਦਾਸ ਜੀ ਨੇ ਚੌਥੇ ਪਾਤਸ਼ਾਹ ਮਹਾਰਾਜ ਨੇ ਬਹੁਤ ਸਮਾਂ ਪਹਿਲਾਂ ਇਹ ਸੇਵਾ ਸ਼ੁਰੂ ਕਰਾਈ ਸੀ, ਪਰ ਇਹ ਸੇਵਾ ਬਹੁਤ ਵੱਡੀ ਪੱਧਰ ਤੇ ਨਹੀਂ ਸੀ ਹੋ ਸਕੀ। ਸ਼ੁਰੂ ਹੋਈ ਸੀ, ਥੋੜਾ ਜਿਹਾ ਸਰੋਵਰ ਖੋਦਿਆ ਗਿਆ ਸੀ, ਪੁੱਟਿਆ ਗਿਆ ਸੀ ਇੱਕ ਪਾਸਿਓਂ, ਪਰ ਉਹ ਵਿੱਚ ਹੀ ਰਹਿ ਗਿਆ ਕੰਮ। ਸਰੋਵਰ ਦੀ ਸੇਵਾ ਸੰਪੂਰਨ ਨਹੀਂ ਹੋ ਸਕੀ। ਹਾਂਜੀ, ਹੁਣ ਇਕੱਤਰ ਹੋਏ ਨੀਰ ਵਿਸਾਲ। ਫਿਰ ਉੱਥੇ ਮੀਂਹ ਦਾ ਪਾਣੀ ਰੁਕ ਗਿਆ, ਟੋਆ ਜਿਹੜਾ ਸੀ ਉਹਦੇ 'ਚ ਥੋੜਾ ਜਲ ਭਰ ਗਿਆ। ਜਿੱਥੋਂ ਖੁਦਾਈ ਕੀਤੀ ਸੀ ਕੰਮ ਉੱਥੇ ਰੁਕਿਆ ਰਿਹਾ, ਅੱਗੇ ਵਧਿਆ ਨਹੀਂ। ਹਾਂਜੀ, ਮ੍ਰਿਤਕਾ ਸੰਗ ਸੂ ਭਰੇ ਪੂਰਿਓ ਗਇਓ। ਜਦੋਂ ਮੀਂਹ ਜ਼ੋਰ ਦਾ ਪੈਂਦਾ ਸੀ ਪਾਣੀ ਉਹਦੇ 'ਚ ਰੁਕਦਾ ਸੀ, ਪਰ ਦੂਜੇ ਪਾਸੇ ਮਿੱਟੀ ਵੀ ਜਿਹੜੀ ਸੀ ਨਾ ਢਹਿ ਢਹਿ ਕੇ ਉਹ ਕਿਨਾਰਿਆਂ ਤੋਂ ਰਿੜ ਰਿੜ ਕੇ ਮਿੱਟੀ ਖੁਰ ਖੁਰ ਕੇ ਉਹਦੇ ਵਿੱਚ ਪੈਂਦੀ ਰਹਿੰਦੀ ਸੀ। ਯਾਨੀ ਜਿੱਥੇ ਉਹ ਪਾਣੀ ਨਾਲ ਭਰਦਾ ਸੀ ਉੱਥੇ ਮਿੱਟੀ ਨਾਲ ਵੀ ਭਰਦਾ ਸੀ। ਕੱਚਾ ਜੋ ਸੀ ਸਰੋਵਰ, ਥੋੜਾ ਜਿਹਾ ਸੀ ਇੱਕ ਪਾਸਿਓਂ, ਉਹ ਫਿਰ ਦੁਬਾਰਾ ਭਰ ਗਿਆ ਮਿੱਟੀ ਨਾਲ। ਥੋੜਾ ਜਿਹਾ ਹੀ ਬਸ ਐਵੇਂ ਜਿਵੇਂ ਛੋਟਾ ਜਿਹਾ ਇੱਕ ਕੁੰਡ ਰਹਿ ਗਿਆ ਜਲ ਦਾ, ਬਾਕੀ ਸਾਰੇ ਪਾਸੇ ਮਿੱਟੀ ਤੇ ਚਿੱਕੜ ਖੋਬਾ, ਇਸ ਤਰ੍ਹਾਂ ਦੀ ਬਣ ਗਈ ਹਾਲਤ ਉੱਥੇ। ਹਾਂਜੀ, ਖਨਨ ਚਿੰਨ ਸਭ ਮਿਟ ਤੋਂ ਭਇਓ। ਖੁਦਾਈ ਦੇ ਜਿਹੜੇ ਚਿੰਨ ਸਨ ਜਿੱਥੇ ਗੁਰੂ ਸਾਹਿਬ ਨੇ ਸੇਵਾ ਕਰਾਈ ਸੀ ਸ਼ੁਰੂ, ਉਹ ਹੌਲੇ ਹੌਲੇ ਮਿਟਣੇ ਸ਼ੁਰੂ ਹੋ ਗਏ, ਖਤਮ ਹੋ ਗਏ। ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਸਰੋਵਰ ਬਣਨਾ ਸੀ। ਹਾਂਜੀ, ਟੋਬਾ ਹੋਤੋ ਅਲੱਪ ਹੀ ਕਰਿਓ। ਛੋਟਾ ਜਿਹਾ ਟੋਆ ਹੀ ਸੀਗਾ ਜਿਹੜਾ ਮਹਾਰਾਜ ਨੇ ਖੋਦਿਆ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ। ਉਸ ਸਮੇਂ ਬਹੁਤ ਪਹਿਲਾਂ ਦੀ ਗੱਲ ਹੈ, ਸਨ 1574-75 ਦੇ ਵਿੱਚ। ਤਾਂ ਹੁਣ ਕਈ ਸਾਲ ਲੰਘ ਗਏ ਤੇ ਇਸ ਕਰਕੇ ਪਾਣੀ ਬਰਸਾਤਾਂ ਦਾ ਪੈ ਪੈ ਕੇ ਉਹ ਜਿਹੜੀ ਮਿੱਟੀ ਆਲੇ ਦੁਆਲੇ ਦੀ ਉਹ ਵੀ ਵਿੱਚ ਢਲ ਢਲ ਕੇ ਪੈਂਦੀ ਰਹੀ ਤੇ ਹੌਲੇ ਹੌਲੇ ਉਹ ਟੋਆ ਭਰਨਾ ਸ਼ੁਰੂ ਹੋ ਗਿਆ। ਉਹਦੇ ਉੱਤੇ ਝਾੜ, ਬੇਰੀਆਂ, ਇਦਾਂ ਦੀਆਂ ਚੀਜ਼ਾਂ ਉੱਗ ਪਈਆਂ। ਹਾਂਜੀ, ਸਨੈ ਸਨੈ ਜਲ ਸਗਲੋ ਭਰਿਓ। ਸਾਰਾ ਪਾਣੀ ਜਿਹੜਾ ਸੀ ਸਰੋਵਰ ਦਾ ਉਹਦੇ ਵਿੱਚ ਹੌਲੇ ਹੌਲੇ ਮਿੱਟੀ 'ਚ ਰਲਦਾ ਗਿਆ ਤੇ ਮਿੱਟੀ ਉਹਦੇ 'ਚ ਢਲ ਢਲ ਕੇ ਪੈਂਦੀ ਗਈ ਆਲੇ ਦੁਆਲਿਓਂ। ਹਾਂਜੀ, ਚੌਂ ਦਿਸ ਤੇ ਢਲ ਮ੍ਰਿਤਕਾ ਭਰੀ। ਚਾਰੇ ਪਾਸਿਓਂ ਢਲ ਕੇ ਮਿੱਟੀ ਜਿਹੜੀ ਹੈ ਮੀਂਹ ਦੇ ਪਾਣੀ ਨਾਲ ਸਰੋਵਰ ਦੇ ਵਿੱਚ ਪੈ ਗਈ ਤੇ ਸਰੋਵਰ ਪੂਰਿਆ ਗਿਆ। ਹਾਂਜੀ, ਜਿਸ ਤੇ ਨਾਹੇ ਚਿਨਾਰੀ ਕਰੀ। ਹੁਣ ਪਛਾਣ ਔਖੀ ਹੋ ਗਈ ਵੀ ਇੱਥੇ ਸਰੋਵਰ ਬਣਿਆ ਸੀ ਕਿ ਕਿਤੇ ਹੋਰ ਬਣਿਆ ਸੀ। ਉਹ ਜਿਹੜੀਆਂ ਨਿਸ਼ਾਨੀਆਂ ਸੀਗੀਆਂ ਗੁਰੂ ਰਾਮਦਾਸ ਦੇ ਸਮੇਂ ਦੀਆਂ 8-10 ਸਾਲਾਂ ਵਿੱਚ, ਉਹ ਨਜ਼ਰ ਆਉਣੋਂ ਹਟ ਗਈਆਂ। ਹਾਂਜੀ, ਫਿਰ ਤੁਤ ਫਿਰੇ ਬ੍ਰਿੰਦ ਤਰ ਖਰੇ। ਆਲੇ ਦੁਆਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖਦੇ ਫਿਰਦੇ, ਬਹੁਤ ਸਾਰੀਆਂ ਬੇਰੀਆਂ ਇੱਦਾਂ ਦੇ ਹੋਰ ਦਰਖਤ, ਟਾਹਲੀਆਂ ਉਹ ਖੜੀਆਂ ਹਨ, ਝੁੰਡ ਖੜੇ ਹਨ, ਘਾਹ ਫੂਸ ਬਹੁਤ ਹੋ ਗਿਆ ਹੈ। ਪਛਾਣ ਕਰਨੀ ਔਖੀ ਹੈ ਵੀ ਗੁਰੂ ਜੀ ਨੇ ਚੌਥੇ ਪਾਤਸ਼ਾਹ ਨੇ ਕਿਹੜੀ ਥਾਂ ਤੇ ਟੱਕ ਲਾਇਆ ਸੀ। ਆਖਰੀ ਆਦ ਨਾ ਜਾਣੀ ਪਰੇ। ਬਹੁਤ ਸਾਰੀਆਂ ਬੇਰੀਆਂ ਦੇ ਝੁੰਡ ਹੋਣ ਕਰਕੇ, ਕੰਡੇ ਹੋਣ ਕਰਕੇ ਤੇ ਜਿਹੜੀ ਕਾਈ ਹੋਣ ਕਰਕੇ ਉੱਥੇ ਫਿਰ ਉਹ ਪਛਾਣ ਔਖੀ ਹੋ ਗਈ। ਜੰਗਲ ਜਿਹਾ ਬਣ ਗਿਆ ਵੀ ਕਿੱਥੇ ਮਹਾਰਾਜ ਨੇ ਸਰੋਵਰ ਬਣਾਉਣਾ ਸੀ, ਇਹ ਵੀ ਪਤਾ ਲਾਣਾ ਔਖਾ ਹੋ ਗਿਆ। ਫਿਰ ਗੁਰੂ ਅਰਜਨ ਦੇਵ ਜੀ ਨੇ ਉਹ ਟਾਹਲੀ ਦਾ ਬੂਟਾ ਵੇਖਿਆ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗਏ। ਉਹਦੀ ਪਛਾਣ ਰੱਖੀ ਸੀ ਵੀ ਉੱਥੇ ਗੁਰੂ ਰਾਮਦਾਸ ਜੀ ਬੈਠਿਆ ਕਰਦੇ ਸੀ ਟਾਹਲੀ ਦੇ ਥੱਲੇ। ਉਹ ਟਾਹਲੀ ਦੇ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਗਏ ਹਨ। ਜਿਹੜੀ ਅੱਜ ਕੱਲ੍ਹ ਸੰਤੋਖਸਰ ਗੁਰਦੁਆਰਾ ਹੈ, ਟਾਹਲੀ ਸਾਹਿਬ ਹੈ, ਇੱਥੇ 2 ਸਾਧ ਸੰਗਤ ਜੀ ਸੰਕੇਤ ਮਿਲਦੇ ਹਨ। ਇੱਕ ਪਹਿਲਾਂ ਸੰਤੋਖਸਰ ਦਾ ਸਰੋਵਰ ਗੁਰੂ ਅਰਜਨ ਦੇਵ ਜੀ ਖੁਦਵਾਇਆ, ਫਿਰ ਅੰਮ੍ਰਿਤਸਰ ਦਾ। ਇੱਦਾਂ ਹੀ ਗੁਰੂ ਰਾਮਦਾਸ ਦੇ ਸਮੇਂ ਵੀ ਹੋਇਆ ਸੀ। ਥੋੜ੍ਹੀ ਥੋੜ੍ਹੀ ਸੇਵਾ ਸ਼ੁਰੂ ਹੋਈ ਸੀ, ਟਾਹਲੀ ਥੱਲੇ ਮਹਾਰਾਜ ਬੈਠਿਆ ਕਰਦੇ ਸਨ। ਇੱਧਰ ਅੰਮ੍ਰਿਤਸਰ ਵਾਲੀ ਦੀ ਖੁਦਾਈ ਕਰਵਾਈ ਸੀ। ਫਿਰ ਉਸ ਟਾਹਲੀ ਦੇ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਜਾ ਪਹੁੰਚੇ ਹਨ।
ਹਾਂਜੀ। ਖਰੇ ਭਏ ਸਤਿਗੁਰ ਤਿਸ ਬੇਰਾ। ਮਹਾਰਾਜ ਉਸ ਟਾਹਲੀ ਦੇ ਥੱਲੇ ਜਾ ਕੇ ਖੜ ਗਏ ਨੇ ਜਿਹਦੇ ਥੱਲੇ ਸ੍ਰੀ ਗੁਰੂ ਰਾਮਦਾਸ ਜੀ ਬੈਠਿਆ ਕਰਦੇ ਸਨ। ਹਾਂਜੀ। ਤੀਨ ਕਾਲ ਸਰਬੱਗੀਆ ਮਹਾਨਾ। ਤਿੰਨਾਂ ਕਾਲਾਂ ਦੇ ਗਿਆਤਾ, ਭੂਤ ਕਾਲ ਵਿੱਚ ਕੀ ਹੋਇਆ ਉਹ ਵੀ ਜਾਣਦੇ ਹਨ, ਜੋ ਹੁਣ ਹੋ ਰਿਹਾ ਉਹ ਵੀ ਜਾਣਦੇ ਹਨ, ਜੋ ਅੱਗੇ ਹੋਣਾ ਉਹ ਵੀ ਜਾਣਦੇ ਹਨ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜਿਹੜੇ ਤਿੰਨਾਂ ਕਾਲਾਂ ਦੇ ਸਰਬੱਗ ਸਤਿਗੁਰੂ ਜਾਣੀ ਜਾਣ ਗਿਆਤਾ ਹਨ ਸਾਰੀਆਂ ਗੱਲਾਂ ਦੇ। ਹਾਂਜੀ। ਖੋਜਤ ਜਿਮ ਅਲਪਗਿਆ ਜਾਨਾ। ਪਰ ਆਪ ਸੰਗਤ ਵਿੱਚ ਆਪਣੇ ਆਪ ਨੂੰ ਸ਼ੋਅ ਨਹੀਂ ਹੋਣ ਦਿੰਦੇ। ਅਲਪਗ ਬਣ ਕੇ, ਅਣਜਾਣ ਬਣ ਕੇ ਲੱਭਦੇ ਫਿਰਦੇ। ਦੇਖਣ ਵਾਲਿਆਂ ਨੂੰ ਜੇ ਲੱਗਦਾ ਵੀ ਹੈ ਤਾਂ ਇਹ ਗੁਰੂ ਨੇ, ਸਭ ਕੁਝ ਜਾਣੀ ਜਾਣ ਨੇ, ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਰੋਵਰ ਕਿੱਥੇ ਬਣ। ਪਤਾ ਸਾਰਾ ਹੈ ਪਰ ਜਾਣ ਆਪਣੇ ਆਪ ਨੂੰ ਛੁਪਾਈ ਫਿਰਦੇ। ਇਹ ਵੱਡੇ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ ਵੀ ਆਪਣੀ ਵਡਿਆਈ ਨੂੰ ਜ਼ਾਹਰ ਨਹੀਂ ਹੋਣ ਦਿੰਦੇ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਮਾਣ ਹੁੰਦਿਆਂ ਵੀ ਨਿਵਾਣਾ ਹੋਵੇ, ਤਾਣ ਹੁੰਦਿਆਂ ਨਿਤਾਣਾ ਬਣ ਕੇ ਰਵੇ, ਗਿਆਨ ਹੁੰਦਿਆਂ ਅਣਜਾਣਾ ਬਣ ਕੇ ਰਵੇ। ਗੁਰੂ ਸਾਹਿਬ ਜੀ ਮਹਾਰਾਜ ਸਭ ਕੁਝ ਜਾਣਦੇ ਹਨ ਪਰ ਅਣਜਾਣ ਬਣ ਕੇ ਦੇਖਦੇ। ਬਾਬਾ ਬੁੱਢਾ ਜੀ ਨੂੰ ਪੁੱਛਦੇ, ਬਾਬਾ ਜੀ ਤੁਹਾਨੂੰ ਯਾਦ ਹੈ ਕਿੱਥੇ ਮਹਾਰਾਜ ਨੇ ਟੱਕ ਲਾਇਆ ਸੀ? ਅੱਗੋਂ ਬਾਬਾ ਬੁੱਢਾ ਜੀ ਵੀ ਜਾਣ ਕੇ ਭੋਲੇ ਬਣ ਜਾਂਦੇ। ਉਹ ਕਹਿੰਦੇ ਮਹਾਰਾਜ ਮੈਂ ਕੀ ਜਾਣਦਾ, ਤੁਸੀਂ ਜਾਣੀ ਜਾਣੋ, ਜਿੱਥੇ ਤੁਹਾਨੂੰ ਪਤਾ ਉੱਥੇ ਲਾ ਦਿਓ ਦੁਬਾਰਾ, ਫਿਰ ਸੇਵਾ ਸ਼ੁਰੂ ਕਰ ਦਿਓ। ਹਾਂਜੀ। ਮਿਟ ਗਿਓ ਚਿੰਨ ਰਹਿਓ ਕੁਛ ਟੋਵਾ। ਸੋ ਚਿੰਨ ਤਾਂ ਸਰੋਵਰ ਦੇ ਮਿਟ ਗਏ ਸਾਧ ਸੰਗਤ ਜੀ। ਨਿਸ਼ਾਨੀਆਂ ਜਿਹੜੀਆਂ ਸੀ ਬਹੁਤੀਆਂ ਮਿਟ ਗਈਆਂ, ਥੋੜਾ ਜਿਹਾ ਟੋਆ ਜਿਹਾ ਰਹਿ ਗਿਆ, ਇੱਕ ਕੁੰਡ ਜਿਹਾ ਰਹਿ ਗਿਆ ਜਿੱਥੇ ਗੁਰੂ ਰਾਮਦਾਸ ਜੀ ਨੇ ਖੁਦਾਈ ਕਰਵਾਈ ਸੀ ਨਾ ਪਹਿਲਾਂ, ਉੱਥੇ ਥੋੜਾ ਜਿਹਾ ਪਾਣੀ ਰੁਕਿਆ ਹੋਇਆ। ਹਾਂਜੀ। ਨਿਸ਼ਚੈ ਭਇਓ ਨਾ ਫਿਰ ਜੋਵਾ। ਹੁਣ ਇਹ ਪਤਾ ਨਹੀਂ ਵੀ ਕਿਹੜੇ ਪਾਸਿਓਂ ਸਰੋਵਰ ਬਣ ਸਕਦਾ ਹੈ, ਕਿਹੜੇ ਪਾਸਿਓਂ ਬਣਾਉਣਾ ਚਾਹੁੰਦੇ ਸੀ, ਨਿਸ਼ਚਾ ਨਹੀਂ ਹੋ ਰਿਹਾ ਤੇ ਲੱਭਦੇ ਹਨ ਪਰ ਪੂਰਾ ਨਿਰਣੇ ਕਰਕੇ ਕਹਿ ਸਕਣਾ ਮੁਸ਼ਕਲ ਲੱਗਦਾ ਹੈ। ਹਾਂਜੀ। ਝਾੜ ਕਰੀਰ ਬੇਲ ਵਿਸਤਾਰਾ। ਕਿਉਂਕਿ ਬਹੁਤ ਸਾਰੇ ਝਾੜ, ਕਰੀਰ ਤੇ ਬੇਰੀਆਂ ਤੇ ਬੇਲਾਂ ਜੀਆਂ ਦੇ ਘਾਹ ਫੂਸ ਉੱਥੇ ਉੱਗਿਆ ਹੋਇਆ। ਆਲੇ ਦੁਆਲੇ ਝਾੜੀਆਂ ਹੋ ਗਈਆਂ ਨੇ ਤੇ ਬੇਰੀਆਂ ਦੇ, ਮੜੇ ਬੇਰਾਂ ਦੇ ਤੇ ਹੋਰ ਛੋਟੇ ਛੋਟੇ ਝੁੰਡ ਹਨ। ਨਹਿ ਨਿਰਣੈ ਕੀ ਸਕਲ ਨਿਹਾਰਾ। ਹੁਣ ਨਿਰਣਾ ਨਹੀਂ ਕਰ ਸਕੇ, ਸਾਰਾ ਵੇਖਿਆ। ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸਿਆਣੇ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਫਿਰ ਰਹੇ ਹਨ। ਫਲ ਦਿਖਾਏ ਚਾਹਤ ਬਿਤਾਵਾ। ਅਸਲ ਵਿੱਚ ਗੁਰੂ ਅਰਜਨ ਦੇਵ ਜੀ ਇਸ ਤੀਰਥ ਨੂੰ ਪ੍ਰਗਟ ਕਰਨ ਦੇ ਵਿੱਚ ਜਾਣ ਬੁੱਝ ਕੇ ਆਪ ਹੀ ਲੀਲਾ ਕਰ ਰਹੇ ਨੇ ਵੀ ਇਹਦਾ ਮਹਾਤਮ ਵੀ ਲੋਕਾਂ ਨੂੰ ਪਤਾ ਲੱਗੇ। ਜਿਹੜੀ ਚੀਜ਼ ਸਾਧ ਸੰਗਤ ਜੀ ਦੇਰੀ ਨਾਲ ਪ੍ਰਗਟ ਹੁੰਦੀ ਹੈ ਉਹਦਾ ਮੁੱਲ ਵੀ ਜ਼ਿਆਦਾ ਹੁੰਦਾ ਹੈ। ਜਿਹੜੀ ਦੇਰੀ ਨਾਲ ਚੀਜ਼ ਪੈਦਾ ਹੁੰਦੀ ਹੈ, ਪ੍ਰਗਟ ਹੁੰਦੀ ਹੈ, ਉਹਦਾ ਫਿਰ ਮੁੱਲ ਵੀ ਪੈਂਦਾ। ਗੁਰੂ ਸਾਹਿਬ ਇਹਦਾ ਫਲ ਦੱਸਣਾ ਚਾਹੁੰਦੇ ਸਾਧ ਸੰਗਤ ਨੂੰ ਵੀ ਇਹ ਆਮ ਤੀਰਥ ਨਹੀਂ ਹੈ, ਕੋਈ ਆਮ ਸਰੋਵਰ ਨਹੀਂ ਹੈ। ਇਸ ਕਰਕੇ ਸੱਚੇ ਪਾਤਸ਼ਾਹ ਬੜੀ ਧੀਰਜ ਨਾਲ ਦੇਖਦੇ ਫਿਰਦੇ ਹਨ। ਉਸ ਵੇਲੇ ਨੂੰ ਪ੍ਰਗਟ ਨਹੀਂ ਹੋਣ ਦਿੱਤਾ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪ੍ਰਗਟ ਕਰਨਾ, ਉਦੋਂ 1 ਮਿੰਟ ਲਾਣਾ ਹੈ। ਅੱਗੇ ਪ੍ਰਸੰਗ ਆਉਣਗੇ, ਬੀਬੀ ਰਜਨੀ ਦਾ ਪ੍ਰਸੰਗ ਆਵੇਗਾ। ਬੀਬੀ ਰਜਨੀ ਨੇ ਇਹ ਤੀਰਥ ਪ੍ਰਗਟ ਕਰ ਵਿਖਾਇਆ। ਉਹਦੇ ਪਤੀ ਦੇ ਕੋੜ ਨੂੰ ਇੱਥੋਂ ਸ਼ਾਂਤੀ ਮਿਲੀ, ਕੋੜ ਹਟਿਆ, ਰੋਗ ਹਟਿਆ। ਪਿੰਗਲਾ ਤੇ ਕੋੜ ਹੀ ਉਹਦਾ ਪਤੀ ਸੀ। ਇਸ਼ਨਾਨ ਕਰਕੇ ਇੱਥੇ ਰਾਜੀ ਹੋਏ। ਉਦੋਂ ਇੱਥੇ ਸਰੋਵਰ ਨਹੀਂ ਸੀ, ਇੱਕ ਕੁੰਡ ਸੀਗਾ ਜੋ ਗੁਰੂ ਰਾਮਦਾਸ ਜੀ ਖੁਦਾ ਕੇ ਗਏ ਨੇ ਤੇ ਉਹ ਖੁਦਾਈ ਕਰਨ ਤੋਂ ਬਾਅਦ ਪਾਣੀ ਤੇ ਬਰਸਾਤ ਦਾ ਪੈਂਦਾ ਰਿਹਾ ਤੇ ਨਾਲ ਪਾਣੀ ਦਾ ਭਰਦਾ ਰਿਹਾ, ਨਾਲ ਮਿੱਟੀ ਵੀ ਭਰਦੀ ਰਹੀ। ਮਿੱਟੀ ਵੀ ਭਰ ਗਈ, ਪਾਣੀ ਵੀ ਭਰ ਗਿਆ, ਥੋੜਾ ਜਿਹਾ ਕੁੰਡ ਜਿਹਾ ਰਹਿ ਗਿਆ ਬਸ, ਜਿਹ 'ਚ ਬੰਦਾ ਇੱਕ ਇਸ਼ਨਾਨ ਕਰ ਸਕੇ। ਇੰਨੀ ਕੀ ਸਮਝ ਲਓ ਥਾਂ ਸੀ ਕਿ ਬਹੁਤੀ ਨਹੀਂ ਸੀ, ਕੱਚਾ। ਆਲੇ ਦੁਆਲੇ ਝਾੜ ਖੜੇ, ਬੇਰੀਆਂ ਖੜੀਆਂ। ਤੇ ਇਹ ਪ੍ਰਗਟ ਬੀਬੀ ਰਜਨੀ ਨੇ ਕੀਤਾ ਹੈ, ਜੋ ਪੱਟੀ ਦੇ ਨਵਾਬ, ਪੱਟੀ ਦੇ ਰਾਜੇ ਦੁਨੀ ਚੰਦ ਦੀ ਲੜਕੀ ਸੀਗੀ। ਉਹਦੇ ਪਿਤਾ ਨੇ
ਇਹ ਪੁੱਛਿਆ, ਧੀਆਂ 7 ਕੁੜੀਆਂ ਸੀਗੀਆਂ, ਵੀ ਬੇਟਾ ਤੁਸੀਂ ਕਿਹੜਾ ਦਿੱਤਾ ਖਾਂਦੀਆਂ? 6 ਕੁੜੀਆਂ ਕਹਿੰਦੀਆਂ ਬਾਪੂ ਤੇਰਾ ਦਿੱਤਾ ਖਾਂਦੀਆਂ, ਤੇ 7ਵੀਂ ਕਹਿੰਦੀ ਵੀ ਮੈਂ ਤੇ ਪ੍ਰਮਾਤਮਾ ਦਾ ਦਿੱਤਾ ਖਾਂਦੀ। ਇਸੇ ਗੱਲ ਤੋਂ ਗੁੱਸਾ ਖਾ ਗਿਆ ਵੀ ਇਹ ਮੇਰੇ ਸਾਹਮਣੇ ਬੋਲਦੀ ਹੈ, ਮੇਰੀ ਇਹਨੇ ਵਡਿਆਈ ਨਹੀਂ ਕੀਤੀ, ਚੰਗਾ ਇਹਨੂੰ ਮੈਂ ਦੱਸਾਂਗਾ ਵੀ ਇਹ ਪ੍ਰਮਾਤਮਾ ਕੀ ਕਰ ਸਕਦਾ ਇਹਦਾ। ਉਹਨੂੰ ਕੋਹੜੀ ਦੇ ਨਾਲ ਤੇ ਪਿੰਗਲੇ ਦੇ ਨਾਲ ਵਿਆਹ ਦਿੱਤਾ, ਉਹਨੂੰ ਹੀ ਲੈ ਕੇ 7 ਦੇ ਨਾਲ ਪਾਲਦੀ ਰਹੀ। ਜਦੋਂ ਇੱਥੇ ਆਈ ਆਪ ਪ੍ਰਸ਼ਾਦਾ ਲੈਣ ਸਤਿਗੁਰਾਂ ਦੇ ਲੰਗਰ ਵਿੱਚ ਚਲੀ ਗਈ, ਤੇ ਉਹਦਾ ਪਤੀ ਦੇਖਦਾ ਵੀ ਕਾਲੇ ਕਾਂ ਆ ਕੇ ਉਸ ਕੁੰਡ 'ਚ ਨਹਾਉਂਦੇ ਚਿੱਟੇ ਹੋ ਕੇ ਉੱਡ ਜਾਂਦੇ। ਉਹਨੇ ਆਖਿਆ ਇਸ 'ਚ ਕੋਈ ਸ਼ਕਤੀ ਹੈ ਸਰੋਵਰ ਦੇ ਵਿੱਚ। ਉਹ ਕੋਹੜੀ ਉਹਦੇ 'ਚ ਡਿੱਗਾ, ਬੇਰੀ ਦਾ ਟਾਹਣਾ ਫੜ ਕੇ ਉਹਦੇ ਵਿੱਚ ਲਟਕਿਆ, ਸਾਰਾ ਸਰੀਰ ਉਹਦਾ ਸੋਨੇ ਵਰਗਾ ਕੰਚਨ ਵਰਗਾ ਹੋ ਗਿਆ। ਇੱਕ ਅੰਗੂਠਾ ਰੱਖ ਲਿਆ ਉਹਨੇ। ਜਦੋਂ ਉਹਦੀ ਪਤਨੀ ਆਈ ਰਜਨੀ ਤੇ ਉਹਨੂੰ ਦੱਸਿਆ, ਪਹਿਲਾਂ ਤਾਂ ਉਹਨੂੰ ਇਤਬਾਰ ਨਾ ਕਰੇ, ਫਿਰ ਗੁਰੂ ਸਾਹਿਬ 5ਵੇਂ ਪਾਤਸ਼ਾਹ ਨੂੰ ਜਾ ਕੇ ਸਾਰੀ ਗੱਲ ਦੱਸੀ ਤੇ ਸਤਿਗੁਰਾਂ ਨੇ ਪ੍ਰਗਟ ਕੀਤਾ ਵੀ ਇਹ ਤੀਰਥ ਹੈ ਬੀਬੀ, ਤੇਰਾ ਹੀ ਪਤੀ ਹੈ। ਤੇ ਉਸ ਸਾਰੇ ਬਚਨ ਯਾਦ ਕੀਤੇ। ਫਿਰ ਇਹ ਬੀਬੀ ਰਜਨੀ ਦੀ ਕਮਾਈ ਨਾਲ ਇਹ ਤੀਰਥ ਜਿਹੜਾ ਹੈ ਪ੍ਰਗਟ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ। ਸੋ ਮਹਾਰਾਜ ਸੰਗਤਾਂ ਨੂੰ ਫਲ ਦਿਖਾ ਕੇ ਪ੍ਰਗਟ ਕਰਨਾ ਚਾਹੁੰਦੇ ਹਨ। ਹਾਂਜੀ, ਬ੍ਰਿਛ ਸਿੰਸਪਾ ਤੇ ਥਲ ਜਾਨਾ। ਹੁਣ ਮਹਾਰਾਜ ਜਾ ਖੜੇ ਹੋ ਗਏ ਜਿੱਥੇ ਟਾਹਲੀ ਸਾਹਿਬ ਹੈ। ਉੱਥੇ ਟਾਹਲੀ ਦਾ ਬੂਟਾ ਗੁਰੂ ਰਾਮਦਾਸ ਜੀ ਦੀ ਛੂਹ ਪ੍ਰਾਪਤ ਹੈ ਉਸਨੂੰ। ਗੁਰੂ ਰਾਮਦਾਸ ਉਹਦੇ ਥੱਲੇ ਖੜ ਕੇ ਰੋਈ ਦੇ ਦਿਨਾਂ ਦੇ ਵਿੱਚ ਬੈਠ ਕੇ ਸੇਵਾ ਕਰਾਇਆ ਕਰਦੇ ਸਨ। ਹਾਂਜੀ, ਤਹਾਂ ਜਾਏ ਕਰ ਉਦਮ ਠਾਨਾ। ਉੱਥੇ ਜਾ ਕੇ ਟਾਹਲੀ ਸਾਹਿਬ ਉਦਮ ਸ਼ੁਰੂ ਕੀਤਾ ਹੈ। ਨਿਸ਼ਚੈ ਤਿਸ ਤੀਰਥ ਕੋ ਕਰਿਓ। ਸੋ ਪਹਿਲਾਂ ਉਸ ਤੀਰਥ ਦੀ ਖੁਦਾਈ ਸ਼ੁਰੂ ਕਰਾਉਣ ਦਾ ਨਿਸ਼ਚਾ ਕੀਤਾ ਵੀ ਇਹਨੂੰ ਪਹਿਲਾਂ ਬਣਾਈਏ। ਗੁਰੂ ਰਾਮਦਾਸ ਵੀ ਇੱਥੇ ਪਹਿਲਾਂ ਖੜੇ ਸਨ। ਹਾਂਜੀ, ਸਭਨ ਸੰਗ ਸਤਿਗੁਰੂ ਉਚਾਰਿਓ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਜਗ੍ਹਾ ਉੱਥੇ ਗੁਰੂ ਅਰਜਨ ਦੇਵ ਜੀ ਜਾ ਖੜੇ ਹੋਏ ਤੇ ਸਾਰਿਆਂ ਨੂੰ ਇਦਾਂ ਕਹਿਣ ਲੱਗੇ। ਹਾਂਜੀ, ਗੁਰ ਆਗਿਆ ਤੇ ਪਿਤਾ ਹਮਾਰੇ। ਦੇਖੋ ਬਈ ਸਾਡੇ ਪਿਤਾ ਜੀ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਤਿਗੁਰੂ ਅਮਰਦਾਸ ਸਾਡੇ ਨਾਨਾ ਜੀ ਨੇ ਹੁਕਮ ਲਾਇਆ ਸੀ। ਹਾਂਜੀ, ਆਏ ਸੋ ਸਰ ਕਰਵਾਏ ਸਕਾਰੇ। ਵੀ ਇੱਥੇ ਅੰਮ੍ਰਿਤਸਰ ਬਣਾਉਣਾ ਹੈ, ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਬਚਨ ਗੁਰੂ ਅਮਰਦਾਸ ਜੀ ਨੇ ਕਹਿ ਕੇ ਗੁਰੂ ਰਾਮਦਾਸ ਦੀ ਡਿਊਟੀ ਲਾਈ ਸਰੋਵਰ ਬਣਾਉਣ ਦੀ। ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਪਿਤਾ ਜੀ ਮਹਾਰਾਜ ਇੱਥੇ ਆਏ, ਉਹਨਾਂ ਨੇ ਇਸ ਸਰੋਵਰ ਦੀ, ਇਹ ਨਗਰ ਦੀ ਸ਼ੁਰੂਆਤ ਕੀਤੀ ਸੀ। ਹਾਂਜੀ, ਇਹ ਤੋਂ ਬਿਦਤ ਚਿੰਨ ਲਖ ਪਈਤ। ਸੋ ਇਹ ਟਾਹਲੀ ਉਹਨਾਂ ਦੀ ਨਿਸ਼ਾਨੀ ਖੜੀ ਹੈ ਜਿਹਦੇ ਥੱਲੇ ਸ੍ਰੀ ਗੁਰੂ ਰਾਮਦਾਸ ਜੀ ਖੜ ਕੇ ਗਰਮੀ ਦੇ ਦਿਨਾਂ 'ਚ ਖੜ ਕੇ ਸੇਵਾ ਕਰਾਉਂਦੇ ਸਨ, ਸੰਗਤਾਂ ਸੇਵਾ ਕਰਦੀਆਂ ਸਨ। ਇਹ ਨਿਸ਼ਾਨੀ ਹੈ ਇੱਕੋ ਇੱਕ। ਇੱਥੇ ਆਪਾਂ ਤੀਰਥ ਬਣਾਈਏ, ਉਹਨਾਂ ਦਾ ਫੁਰਨਾ ਪੂਰਾ ਕਰੀਏ। ਖੰਨਿਓ ਕਿਤਕ ਅਰ ਤਰ ਦ੍ਰਿਸ਼ਟੇਯਤ। ਕੁਝ ਖੁਦਾਈ ਹੋਈ ਹੈ ਤੇ ਕੁਝ ਖੁਦਾਈ ਹੋਣੀ ਰਹਿੰਦੀ ਹੈ। ਹਾਂਜੀ, ਸੁਨ ਸਭ ਨੇ ਕੀਨਸ ਨਿਰਣੇ। ਇਹ ਸਾਰਿਆਂ ਨੇ ਨਿਰਣਾ ਕਰ ਲਿਆ ਵੀ ਇੱਥੇ ਹੀ ਸਰੋਵਰ ਬਣਾਈਏ। ਪਹਿਲਾ ਸਰੋਵਰ ਸੰਤੋਖਸਰ, ਉਹਦੀ ਖੁਦਾਈ ਸ਼ੁਰੂ ਹੋਈ ਹੈ। ਹਾਂਜੀ, ਆਪ ਜਥਾਰਥ ਕਰਿਓ ਬਰਨੇ। ਸੰਗਤ ਕਹਿਣ ਲੱਗੀ ਵੀ ਗੁਰੂ ਮਹਾਰਾਜ ਜੀ ਆਪ ਜੀ ਜੋ ਕਹਿ ਰਹੇ ਹੋ ਉਹ ਠੀਕ ਹੈ। ਇਸੇ ਤਰ੍ਹਾਂ ਹੀ ਹੈ ਇਸ ਜਗ੍ਹਾ ਜੋ ਹੈ ਇੱਥੇ ਹੀ ਗੁਰੂ ਰਾਮਦਾਸ ਜੀ ਟਾਹਲੀ ਦੇ ਬੂਟੇ ਥੱਲੇ ਖੜਿਆ ਕਰਦੇ ਸਨ। ਹਾਂਜੀ, ਟੋਵਾ ਖੰਨਿਓ ਸੋ ਪਰਹਿ ਦਸਾਈ। ਇੱਥੇ ਟੋਆ ਪੁੱਟਿਆ ਸੀ ਛੋਟਾ ਜਿਹਾ, ਉਹ ਵੀ ਨਿਸ਼ਾਨੀ ਦਿਸਦੀ ਹੈ। ਹਾਂਜੀ, ਤੁਮ ਤੇ ਕੌਣ ਲਖਿਆ ਦਕਾਈ। ਨਾਲੇ ਗੁਰੂ ਜੀ ਤੁਹਾਡੇ ਤੋਂ ਵੱਧ ਕੇ ਕੌਣ ਜਾਣਦਾ, ਤੁਸੀਂ ਉਹੀ ਤਾਂ ਰੂਪ ਹੋ। ਗੁਰੂ ਰਾਮਦਾਸ ਵਿੱਚ ਤੇ ਤੁਹਾਡੇ 'ਚ ਕੋਈ ਫਰਕ ਨਹੀਂ, ਬਸ ਸਰੀਰ ਦਾ ਹੀ ਫਰਕ ਹੈ, ਜੋਤ ਤਾਂ ਉਹੀ ਹੈ ਨਾ। ਇਸ ਕਰਕੇ ਮਹਾਰਾਜ ਤੁਸੀਂ ਜਾਣੀ ਜਾਣੋ, ਸਭ ਕੁਝ ਠੀਕ ਤੁਹਾਨੂੰ ਪਤਾ ਹੈ। ਸਿਰਫ ਸੰਗਤਾਂ ਨੂੰ ਭੁਲੇਖਾ ਪਾਉਣ ਲਈ ਬਈ ਸਾਨੂੰ ਗੁਰੂ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਦਾ ਸੇਵਕ ਸਮਝਿਆ ਜਾਵੇ, ਇੱਦਾਂ ਦੀ ਭਾਵਨਾ ਆਪਣੇ ਮਨ ਵਿੱਚ ਰੱਖਣ ਲਈ ਤੁਸੀਂ ਇਹ ਕੌਤਕ ਕਰ ਰਹੇ ਹੋ। ਵਾਸਤਵ ਵਿੱਚ ਤਾਂ ਤੁਸੀਂ ਗੁਰੂ ਰਾਮਦਾਸ ਦਾ ਹੀ ਰੂਪ ਹੋ। ਇਮ ਨਿਸ਼ਚੈ ਕਰ ਲਗੇ ਖਨਾਵਨ। ਇਸ ਤਰ੍ਹਾਂ ਦਾ ਨਿਸ਼ਚਾ ਕਰਕੇ ਖੁਦਾਈ ਸ਼ੁਰੂ ਹੋ ਗਈ।
ਗਨਮ ਜੂਰ ਸਿੱਖ ਕਰੇ ਲਗਾਵਨ। ਬਹੁਤ ਸਾਰੇ ਸਿੱਖ ਸੇਵਾ ਕਰਨ ਲਈ ਲੱਗੇ। ਕਈਆਂ ਲੈ ਕੇ ਪੱਟਣ ਲੱਗ ਪਏ, ਟੋਕਰੀਆਂ ਲੈ ਕੇ ਮਿੱਟੀ ਬਾਹਰ ਕੱਢਣ ਲੱਗ ਪਏ, ਤੇ ਮਜ਼ਦੂਰ ਵੀ ਜਿਹੜੇ ਪੈਸੇ ਲੈ ਕੇ ਕੰਮ ਕਰਨ ਵਾਲੇ ਉਹ ਵੀ ਆ ਗਏ, ਉਹ ਵੀ ਸੇਵਾ ਕਰਨ ਲੱਗ ਪਏ। ਜਿਨ੍ਹਾਂ ਸਿੱਖਾਂ ਕੋਲ ਮਾਇਆ ਸੀ ਉਹਨਾਂ ਨੇ ਮਾਇਆ ਦੇ ਨਾਲ ਬੰਦੇ ਰੱਖ ਲਏ ਆਪਣੇ ਨਾਲ, ਵੀ ਸੇਵਾ ਕਰੋ, ਕੰਮ ਕਰੋ, ਤੁਹਾਨੂੰ ਮਾਇਆ ਦੇਵਾਂਗੇ। ਜਿਹੜੇ ਆਪ ਸੇਵਾ ਕਰ ਸਕਦੇ ਸੀ ਉਹ ਆਪ ਸੇਵਾ ਕਰਨ ਲੱਗ ਪਏ। ਏਦਾਂ ਸਰੋਵਰ ਦੀ ਸੇਵਾ ਸ਼ੁਰੂ ਹੋ ਗਈ। ਬ੍ਰਿੰਦ ਖੰਨ ਹੈ ਸਿਰ ਮ੍ਰਿਤ ਕਾ ਧਰ ਹੈ। ਬਹੁਤ ਸਾਰੇ ਸਿੱਖ ਖੁਦਾਈ ਕਰਦੇ ਨੇ, ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਬਾਹਰ ਸੁੱਟਦੇ ਨੇ। ਜੇਕਰ ਵਹਿਰ ਜਾਏ ਤਟ ਡਰ ਹੈ। ਇੱਕ ਪੁੱਟਦਾ ਹੈ ਟੋਕਰੀ ਭਰ ਕੇ ਦੂਜੇ ਨੂੰ ਦੇ ਦਿੰਦਾ ਹੈ, ਤੇ ਲਿਜਾਣ ਵਾਲਾ ਟੋਕਰੀ ਆਪਣੇ ਸਿਰ ਤੇ ਜਾ ਕੇ ਬਾਹਰ ਸੁੱਟ ਕੇ ਆਉਂਦਾ ਹੈ ਮਿੱਟੀ ਦੀ। ਅਨਗਨ ਮਾਨਵ ਆਵਨ ਲਾਗੇ। ਬਹੁਤ ਸਾਰੀ ਸੰਗਤ, ਅਣਗਿਣਤੀ ਸੰਗਤਾਂ ਆਉਣ ਲੱਗ ਪਈਆਂ। ਕਿਤੇ ਮਜ਼ਦੂਰ ਸਿੱਖ ਬੜ ਭਾਗੇ। ਕਿੰਨੇ ਮਜ਼ਦੂਰ ਆ ਗਏ ਸੇਵਾ ਕਰਨ, ਪੈਸੇ ਲੈ ਕੇ ਕੰਮ ਕਰਦੇ ਨੇ, ਵਿਚਾਰੇ ਗਰੀਬ ਘਰਾਂ ਦੇ ਨੇ। ਉਹ ਕਹਿੰਦੇ ਮਹਾਰਾਜ ਸਾਨੂੰ ਥੋੜੇ ਜਿਹੇ ਪੈਸੇ ਦੇ ਦਿਓ, ਸਾਡੇ ਘਰ ਰੋਟੀ ਪੱਕਦੀ ਹੋ ਜਾਏ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਇੱਥੇ। ਮਹਾਰਾਜ ਉਹਨਾਂ ਨੂੰ ਦਿਹਾੜੀ ਦਿੰਦੇ ਵੀ ਠੀਕ ਹੈ ਭਾਈ, ਤੁਸੀਂ ਸੇਵਾ ਵੀ ਕਰੋ, ਸਾਡੇ ਤੋਂ ਦਿਹਾੜੀ ਵੀ ਲਵੋ। ਕਈ ਫਰੀ ਸੇਵਾ ਕਰਦੇ, ਕਹਿੰਦੇ ਕੋਈ ਮਾਇਆ ਨਹੀਂ ਲੈਣੀ ਗੁਰੂ ਜੀ, ਤੁਹਾਡਾ ਦਿੱਤਾ ਸਭ ਕੁਛ ਹੈ, ਅਸੀਂ ਸੇਵਾ ਕਰਨੀ। ਉਹ ਵੀ ਗੁਰਸਿੱਖ ਸੇਵਾ ਕਰਨ ਲੱਗ ਪਏ। ਮਿਸਤਰੀ ਮਜ਼ਦੂਰ ਜਿਹੜੇ ਗੁਣੀਆਂ ਕਰਨ ਵਾਲੇ ਸਨ, ਪਹਿਲਾਂ ਤਾਂ ਸਰੋਵਰ ਨੂੰ ਗੁਣੀਆਂ ਹੀ ਕਰਨਾ ਸੀ ਨਾ, ਚਾਰੇ ਪਾਸੇ ਇੱਕੋ ਜਿੰਨਾ ਮਿਹਨਤੀ ਕਰਨੀ ਸੀ ਵੀ ਇੰਨਾ ਲੰਮਾ, ਇੰਨਾ ਚੌੜਾ, ਇੰਨਾ ਬਣਾਉਣਾ ਹੈ ਸਰੋਵਰ। ਉਹ ਵੀ ਆ ਗਏ, ਉਹਨਾਂ ਨੇ ਮਿਹਨਤੀ ਕਰ ਦਿੱਤੀ ਤੇ ਖੁਦਾਈ ਸ਼ੁਰੂ ਹੋ ਗਈ। ਦਿਨ ਪ੍ਰਤ ਸ੍ਰੀ ਅਰਜਨ ਨਾਥ। ਇਸ ਤਰ੍ਹਾਂ ਹਰ ਰੋਜ਼ ਗੁਰੂ ਅਰਜਨ ਦੇਵ ਜੀ ਕੋਲ ਖੜ ਕੇ ਸੇਵਾ ਸ੍ਰੀ ਸੰਤੋਖਸਰ ਸਰੋਵਰ ਦੀ ਕਰਵਾਈ ਜਾਂਦੇ ਹਨ। ਜੇਕਰ ਸਿੱਖ ਸੰਗਤ ਕੋ ਸਾਥ। ਸਿੱਖ ਸੰਗਤ ਨੂੰ ਨਾਲ ਲੈ ਕੇ ਮਹਾਰਾਜ ਸੇਵਾ 'ਚ ਆਪ ਹਾਜ਼ਰ ਹੋਏ ਨੇ। ਧੰਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਸਤਿਗੁਰੂ। ਜਹ ਕਹਿ ਤੇ ਬਹੁ ਕਰੇ ਬੁਲਾਵਨ। ਜਿੱਥੋਂ ਕਿੱਥੋਂ ਗੁਰੂ ਅਰਜਨ ਦੇਵ ਜੀ ਨੇ ਸਾਧ ਸੰਗਤ ਨੂੰ ਬੁਲਾ ਲਿਆ ਵੀ ਸੰਗਤ ਸਾਰੀ ਆਓ। ਜਿਹੜੇ ਨਗਰਾਂ 'ਚ, ਪਿੰਡਾਂ 'ਚ, ਮਾਝੇ, ਮਾਲਵੇ, ਦੁਆਬੇ, ਪੋਠੋਹਾਰ, ਧਨੀ ਕੇਪ, ਲੰਮਾ ਦੇਸ਼, ਨੱਕਾ ਦੇਸ਼, ਕਸ਼ਮੀਰ, ਪਿਸ਼ਾਵਰ, ਦੂਰ ਦੂਰ ਦੇ ਸਿੱਖ ਸਭ ਸੇਵਾ ਕਰਨ ਆ ਗਏ। ਜਿਵੇਂ ਕਦੀ ਗੁਰੂ ਅਮਰਦਾਸ ਦੇ ਸਮੇਂ ਗੋਇੰਦਵਾਲ ਸੇਵਾ ਕਰਨ ਆਉਂਦੇ ਸੀ ਨਾ ਸਿੱਖ ਬੌਲੀ ਦੀ, ਹੁਣ ਲਗਭਗ 25-30 ਸਾਲ ਬਾਅਦ ਉਹੀ ਰੌਣਕਾਂ ਗੁਰੂ ਘਰ 'ਚ ਫੇਰ ਸ਼ੁਰੂ ਹੋ ਗਈਆਂ। ਗੁਰੂ ਅਮਰਦਾਸ ਦੇ ਸਮੇਂ ਗੋਇੰਦਵਾਲ ਬੌਲੀ ਬਣਾਈ ਸੀ, ਉਹਦੀ ਸੇਵਾ ਤੇ ਇੰਨੀ ਰੌਣਕ ਹੁੰਦੀ ਸੀ ਵੀ ਦੂਰ ਦੂਰ ਤੋਂ ਸੰਗਤ ਆਉਂਦੀ ਸੀ। ਉਹਨਾਂ ਹੀ ਸਿੱਖਾਂ ਪਰਿਵਾਰਾਂ ਨੂੰ ਫਿਰ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਦੇ ਦੋਤੇ ਹਨ, ਗੱਦੀ ਤੇ ਬੈਠੇ ਪੰਜਵੇਂ ਪਾਤਸ਼ਾਹ, ਉਹ ਸੇਵਾ ਕਰਾ ਰਹੇ ਨੇ, ਚਲੋ ਚੱਲ ਕੇ ਸੇਵਾ 'ਚ ਹਾਜ਼ਰ ਹੋਈਏ। ਬੜੀਆਂ ਹੀ ਸੰਗਤਾਂ, ਬਹੁਤ ਸੰਗਤਾਂ ਚੱਲ ਕੇ ਆਈਆਂ। ਫਿਰ ਗਨਮ ਜੂਰ ਜੁਤ ਕਰਤ ਖਨਾਵਨ। ਕਈ ਸਿੱਖ ਆਪ ਖੁਦਾਈ ਕਰਦੇ, ਕਈ ਮਜ਼ਦੂਰਾਂ ਨੂੰ ਪੈਸੇ ਦੇ ਕੇ ਨਾਲ ਲਾ ਲੈਂਦੇ। ਕਹਿੰਦੇ ਭਾਈ ਤੁਸੀਂ ਸੇਵਾ ਕਰੋ, ਪੈਸੇ ਅਸੀਂ ਦੇਵਾਂਗੇ। ਜਿਹੜੇ ਪੈਸੇ ਦੀ ਸੇਵਾ ਕਰ ਸਕਦੇ ਉਹ ਪੈਸੇ ਦੀ ਸੇਵਾ ਕਰਦੇ ਆ, ਜਿਹੜੇ ਸਰੀਰ ਨਾਲ ਸੇਵਾ ਕਰ ਸਕਦੇ ਉਹ ਸਰੀਰ ਨਾਲ ਸੇਵਾ ਕਰਦੇ ਆ। ਸੇਵਾ ਸਾਰੇ ਹੀ ਕਰ ਰਹੇ ਨੇ ਗੁਰੂ ਦੀ। ਹਾਂਜੀ, ਬੈਠੇ ਜਾਏ ਤਾਹੇ ਤੇ ਤਾਹੇ ਕੇ ਤੀਰ। ਗੁਰੂ ਅਰਜਨ ਦੇਵ ਜੀ ਮਹਾਰਾਜ ਸਰੋਵਰ ਦੇ ਕੰਢੇ ਤੇ ਜਾ ਕੇ ਬੈਠ ਜਾਂਦੇ ਨੇ ਤੇ ਮਹਾਰਾਜ ਦੇ ਸਾਹਮਣੇ ਸਿੱਖ ਸੇਵਾ 'ਚ ਸ਼ਾਮਲ ਹੁੰਦੇ ਨੇ। ਖੁਦ ਹੈ ਬਹੁ ਮਾਨਵ ਕੀ ਭੀੜ। ਔਰ ਲੋਕਾਂ ਦੀ ਭੀੜ ਦਾ ਕੋਈ ਅੰਤ ਨਹੀਂ। ਸੰਗਤਾਂ ਦਾ ਹਜ਼ਾਰਾਂ ਹੀ ਆ ਗਈਆਂ। ਸਾਰੀ ਦੁਨੀਆ ਗੁਰੂ ਦੀ, ਗੁਰੂ ਨਾਨਕ ਦੀ ਹੈ। ਸਾਰਿਆਂ ਪਾਸਿਆਂ ਤੋਂ ਗੁਰੂ ਕੇ ਪਿਆਰੇ ਆਣੇ ਸ਼ੁਰੂ ਹੋ ਗਏ ਅਤੇ ਆ ਕੇ ਗੁਰੂ ਦੇ ਪਿਆਰੇ ਬੜੇ ਪ੍ਰੇਮ ਨਾਲ ਸੇਵਾ ਕਰਨ ਲੱਗੇ। ਹਾਂਜੀ, ਇੱਕ ਖਨਨੀ ਗਹਿ ਖਨ ਹੈ ਸਬਲ ਧਾਥਲ। ਇੱਕ ਬਲੀ ਯੋਧੇ ਸਰੀਰ ਦੇ ਜਿਹੜੇ ਤਗੜੇ ਹਨ, ਸਰੀਰ ਕਰਕੇ ਬਲੀ ਹਨ, ਉਹ ਹੱਥ ਵਿੱਚ ਕਈ ਫੜ ਕੇ ਮਿੱਟੀ ਪੁੱਟਦੇ ਹਨ। ਕਈ ਚਲਾਣੀ ਕੋਈ ਸੌਖਾ ਕੰਮ ਨਹੀਂ। ਜਿਹਨੇ ਕਦੀ ਨਾ ਚਲਾਈ ਹੋਵੇ ਉਹਦਾ 5 ਰੱਦੇ ਨਹੀਂ ਪੁੱਟ ਸਕਦਾ ਮੇਰੇ ਵਰਗਾ। ਜਿਹੜੇ ਕਈ ਚਲਾਉਂਦੇ ਬੜੇ ਜ਼ੋਰ ਨਾਲ ਕੰਮ ਕਰਦੇ ਆ,
ਮਿੱਟੀ ਪੁੱਟਦੇ ਆ, ਉਹਨਾਂ ਦੇ ਹੱਥਾਂ 'ਚ ਛਾਲੇ ਅਟਣਾ ਪੈ ਜਾਂਦੀਆਂ, ਪਸੀਨੇ ਪਸੀਨੇ ਹੋ ਜਾਂਦੇ। ਤਗੜੇ ਬੰਦੇ ਕਰੀ ਜਾਂਦੇ ਆ ਕੰਮ। ਤੋ ਕਈ ਪੁੱਟਣ ਵਾਲੇ, ਕਈ ਚਲਾਉਣ ਵਾਲੇ ਬੜੇ ਜ਼ੋਰ ਨਾਲ ਮਿੱਟੀ ਪੁੱਟਦੇ ਹਨ। ਏਕ ਨਿਕਾਸ ਹੈ ਭਖ ਹੈ ਚੱਲ ਚੱਲ, ਤੇ ਮਿੱਟੀ ਪੱਟ ਕੇ ਤੇ ਉਹ ਟੋਕਰੀ 'ਚ ਪਾਈ ਜਾਂਦੇ ਆ, ਤੇ ਟੋਕਰੀ ਚੁਕਾਉਣ ਵਾਲੇ ਚੁਕਾਈ ਵੀ ਜਾਂਦੇ ਆ, ਤੇ ਚੁੱਕਣ ਵਾਲੇ ਚੁੱਕੀ ਜਾਂਦੇ ਆ। ਤੇ ਇੱਕ ਦੂਜੀ ਨੂੰ ਕਹਿੰਦੇ ਚੱਲ ਬਈ ਚੱਲ, ਚੱਲ ਬਈ ਚੱਲ, ਛੇਤੀ ਕਰ, ਚੱਲ ਅੱਗੇ। ਬੜੀ ਫੁਰਤੀ ਨਾਲ ਟੋਕਰੀ ਮਿੱਟੀ ਦੀ ਸੁੱਟ ਕੇ ਆਉਂਦੇ ਆ, ਦੁਬਾਰਾ ਫਿਰ ਭਰ ਕੇ ਲੈ ਜਾਂਦੇ ਆ, ਫਿਰ ਆ ਜਾਂਦੇ ਆ, ਫਿਰ ਭਰ ਕੇ ਲੈ ਜਾਂਦੇ ਆ। ਟੋਕਰੀ ਢੋਣ ਵਾਲੇ ਵੀ ਕਮਾਲ ਕਰਦੇ ਆ, ਬੜੇ ਉਤਸ਼ਾਹ ਨਾਲ, ਬੜੀ ਤੇਜ਼ੀ ਨਾਲ ਕੰਮ ਕਰਦੇ। ਤੇ ਸਿੱਖ ਪੱਟਣ ਵਾਲੇ ਮਿੱਟੀ, ਉਹ ਬੜੇ ਉਤਸ਼ਾਹ ਨਾਲ ਪੁੱਟੀ ਜਾਂਦੇ ਆ। ਹਾਂਜੀ, ਤਰਹਿ ਭਾਵਨਾ ਕੇਤਕ ਆਵਹਿ, ਔਰ ਭਾਵਨਾ ਨਾਲ ਆਉਂਦੇ ਆ, ਸ਼ਰਧਾ ਨਾਲ ਆਉਂਦੇ ਵੀ ਮਹਾਰਾਜ ਦੀ ਸੇਵਾ, ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਦੀ ਸੇਵਾ, ਗੁਰੂ ਅਰਜਨ ਦੇਵ ਜੀ ਦੀ ਖੁਸ਼ੀ ਲੈਣੀ ਹੈ, ਉਹਨਾਂ ਦੀ ਸੇਵਾ ਕਰੀਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਇਸ ਭਾਵਨਾ ਨਾਲ ਫਿਰ ਸੇਵਾ ਕਰਦੇ ਸਿੱਖ। ਹਾਂਜੀ, ਤੀਰਥ ਕੰਨਹਿ ਤਥਾ ਫਲ ਪਾਵਹਿ, ਸੋ ਸੰਤੋਖਸਰ ਸਰੋਵਰ ਸ੍ਰੀ ਅੰਮ੍ਰਿਤਸਰ ਦੇ ਵਿੱਚ ਜੋ ਪਹਿਲਾ ਸਰੋਵਰ ਹੈ, ਇਹਦੀ ਖੁਦਾਈ ਜਿੰਨੇ ਪ੍ਰੇਮ ਨਾਲ ਸਿੱਖ ਕਰਦੇ ਆ ਓਨੇ ਹੀ ਫਲ ਪਾਉਂਦੇ ਆ। ਸਾਧ ਸੰਗਤ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਹੋਵੇਗਾ, ਜਿੰਨੀ ਗੁਰੂ ਘਰ 'ਚ ਸ਼ਰਧਾ ਰੱਖਾਂਗੇ ਓਨੇ ਫਲ ਮਿਲਣਗੇ। ਜੋ ਮੰਗੈ ਠਾਕਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸਤਿਗੁਰਾਂ ਦੇ ਦਰ ਤੋਂ ਮੂੰਹ ਮੰਗੀਆਂ ਮੁਰਾਦਾਂ ਮਿਲਦੀਆਂ ਹਨ। ਕੇਤਕ ਸਿੱਖ ਆਪ ਚਲ ਆਏ, ਕਈ ਸਿੱਖ ਤੇ ਸੇਵਾ ਲਈ ਆਪ ਹੀ ਆ ਗਏ ਵੀ ਚਲੋ ਚੱਲੀਏ, ਗੁਰੂ ਮਹਾਰਾਜ ਨੇ ਸੇਵਾ ਲਾਈ ਹੈ ਤੇ ਆਪਾਂ ਚੱਲੀਏ। ਬੜੀ ਸੰਗਤ ਹੋ ਗਈ। ਹਾਂਜੀ, ਕੇਤਕ ਸ੍ਰੀ ਅਰਜਨ ਬੁਲਵਾਏ, ਕਈਆਂ ਨੂੰ ਗੁਰੂ ਅਰਜਨ ਦੇਵ ਜੀ ਨੇ ਸੱਦੇ ਦੇ ਕੇ ਵੀ ਬੁਲਾਇਆ, ਜਿਨ੍ਹਾਂ ਦੇ ਉੱਤੇ ਬਹੁਤ ਮਾਣ ਸੀ, ਪਿਆਰੇ ਸੀਗੇ। ਉਹਨਾਂ ਨੂੰ ਕਿਹਾ ਵੀ ਆਓ ਭਾਈ, ਕੰਮਕਾਰ ਆਪਣੇ ਛੱਡੋ ਥੋੜੇ ਸਮੇਂ ਲਈ ਤੇ ਸਰੋਵਰ ਦੀ ਸੇਵਾ ਕਰੋ। ਉਹ ਸਿੱਖ ਦੂਰੋਂ ਦੂਰੋਂ ਚੱਲ ਕੇ ਗੁਰੂ ਮਹਾਰਾਜ ਦੇ ਸਰੋਵਰ ਦੀ ਸੇਵਾ ਲਈ ਆ ਗਏ, ਗੁਰੂ ਦੇ ਸੱਦੇ ਹੋਏ। ਹਾਂਜੀ, ਭਈ ਜਹਾਂ ਕਹੈ ਪਸਰੀ ਗਾਥਾ, ਜਿੱਥੇ ਕਿੱਥੇ ਹਰ ਥਾਂ ਤੇ ਇਹ ਗੱਲ ਪਸਰ ਗਈ ਵੀ ਗੁਰੂ ਅਰਜਨ ਦੇਵ ਜੀ ਬੜਾ ਭਲਾ ਕਰ ਰਹੇ ਸਾਰੀ ਦੁਨੀਆ ਦਾ, ਤੇ ਦੁਨੀਆ ਦੇ ਭਲੇ ਲਈ ਸਰੋਵਰ ਬਣਾ ਰਹੇ ਨੇ। ਹਾਂਜੀ, ਸੁਣ ਸੁਣ ਆਏ ਨਾਏ ਪਦ ਮਾਥਾ, ਸੁਣ ਸੁਣ ਕੇ ਸੰਗਤਾਂ ਆਉਂਦੀਆਂ ਨੇ ਤੇ ਆ ਕੇ ਗੁਰੂ ਨੂੰ ਮੱਥੇ ਟੇਕਦੀਆਂ ਨੇ। ਮਹਾ ਚਾਪ ਤੇ ਕਾਰਨ ਕਰ ਹੈ, ਆ ਬੜੇ ਚਾਹ ਨਾਲ, ਬੜੇ ਉਤਸ਼ਾਹ ਨਾਲ ਸਰੋਵਰ ਚੋਂ ਮਿੱਟੀ ਕੱਢਦੇ ਨੇ, ਕਾਰ ਸੇਵਾ ਕਰਦੇ ਨੇ, ਕਾਰ ਕੱਢਦੇ ਨੇ, ਟੋਕਰੀਆਂ ਭਰ ਭਰ ਕੇ ਬਾਹਰ ਸਿੱਟਦੇ ਨੇ। ਹਾਂਜੀ, ਸਿਮਰਹਿ ਨਾਮ ਬਿਗਨ ਕੋ ਟਰ ਹੈ, ਔਰ ਨਾਮ ਵੀ ਜਪਦੇ ਨੇ, ਸੇਵਾ ਕਰਦੇ ਨੇ, ਗੱਲਾਂ ਨਹੀਂ ਕਰਦੇ, ਸੇਵਾ ਕਰਦੇ। ਵਾਹਿਗੁਰੂ 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 ਜਪਦੇ ਨੇ। ਜਿਹੜੇ ਨਾਮ ਜਪ ਕੇ ਸੇਵਾ ਕਰਦੇ ਨੇ ਉਹਨਾਂ ਦੇ ਘਰ ਵਿੱਚ ਕੋਈ ਵਿਘਨ ਨਹੀਂ ਪੈਂਦਾ, ਸਾਰੇ ਵਿਘਨ ਟਲ ਜਾਂਦੇ ਨੇ, ਘਰਾਂ ਪਰਿਵਾਰਾਂ 'ਚ ਸੁੱਖ ਸ਼ਾਂਤੀ ਹੋ ਜਾਂਦੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਜਾਂਦੇ ਹਨ। ਹਾਂਜੀ, ਕੋ ਆਵਤ ਕੋ ਜਾਤ ਅਨੇਕ, ਕੋਈ ਆਉਂਦਾ ਹੈ ਤੇ ਕੋਈ ਜਾਂਦਾ ਹੈ, ਆਉਣ ਜਾਣ ਵਾਲਿਆਂ ਦਾ ਕੋਈ ਅੰਤ ਹੀ ਨਹੀਂ। ਬੜੇ ਗੁਰੂ ਕੇ ਸਿੱਖ ਪਿਆਰ ਵਾਲੇ ਦੇਸ਼ਾਂ ਪ੍ਰਦੇਸ਼ਾਂ ਤੋਂ ਸੇਵਾ ਲਈ ਆ ਰਹੇ ਨੇ। ਕੋਈ 8 ਦਿਨ ਸੇਵਾ ਕਰਦਾ ਹੈ, ਕੋਈ ਮਹੀਨਾ ਕਰਦਾ ਹੈ, ਕੋਈ 2 ਮਹੀਨੇ, ਕੋਈ ਸਾਰੀ ਜ਼ਿੰਦਗੀ ਕਹਿੰਦਾ ਮੈਂ ਇੱਥੇ ਹੀ ਸੇਵਾ ਕਰਨੀ ਹੈ। ਤੇ ਕਈ ਸੇਵਾ ਕਰਕੇ ਆਪਣੇ ਵਾਪਸ ਮੁਲਕਾਂ ਨੂੰ ਚਲੇ ਜਾਂਦੇ ਹਨ। ਉੱਥੇ ਜਾ ਕੇ ਦੱਸਦੇ ਹਨ ਵੀ ਭਾਈ ਅਸੀਂ ਸੇਵਾ ਕਰਕੇ ਆਏ ਹਾਂ, ਗੁਰੂ ਮਹਾਰਾਜ ਨੇ ਸੇਵਾ ਦਾ ਬੜਾ ਵੱਡਾ ਜੱਗ ਲਾਇਆ ਹੋਇਆ, ਬਹੁਤ ਵੱਡਾ ਸੇਵਾ ਦਾ ਕੁੰਭ ਹੈ, ਜਿਹਨੇ ਜਾਣਾ ਭਾਈ ਜਾਓ ਸੇਵਾ ਕਰੋ। ਦੂਜੇ ਸਿੱਖ ਸੁਣ ਕੇ ਆ ਜਾਂਦੇ ਹਨ, ਸੈਂਕੜੇ ਸਿੱਖ ਆਉਂਦੇ ਹਨ, ਸੈਂਕੜੇ ਰਹਿ ਕੇ ਚਲੇ ਜਾਂਦੇ ਹਨ। ਕੋ ਸੇਵਾ ਕਰ ਲਹਿ ਵਿਵੇਕ, ਸੋ ਮਹਾਰਾਜ ਦੇ ਗੁਰਸਿੱਖ ਸੇਵਾ ਕਰਕੇ ਕੀ ਕੀ ਪ੍ਰਾਪਤ ਕਰਦੇ ਨੇ? ਭਾਈ ਸਾਹਿਬ ਕਹਿੰਦੇ ਕੁਝ ਸਿੱਖ ਸੇਵਾ ਕਰਕੇ ਵਿਵੇਕ ਮੰਗਦੇ ਹਨ, ਆਤਮ ਗਿਆਨ ਮੰਗਦੇ ਹਨ ਵੀ ਮੈਂ ਕੌਣ ਆ, ਇਸ ਦੁਨੀਆ ਤੇ ਮੇਰਾ ਆਉਣ ਦਾ ਪ੍ਰਯੋਜਨ ਕੀ ਹੈ, ਮੈਂ ਇੱਥੇ ਕਿਉਂ ਆਇਆ, ਇਹ ਜਾਣਨਾ ਚਾਹੁੰਦੇ ਹਨ। ਹਾਂਜੀ,
ਕੋ ਜਗ ਸੁਖ ਕੋ ਬਾਂਛਤ ਆਵਹਿ। ਕੋਈ ਮੇਰੇ ਵਰਗੇ ਦੁਨਿਆਵੀ ਮੰਗਾਂ ਲੈ ਕੇ ਆਉਂਦੇ ਆ ਵੀ ਮਹਾਰਾਜ ਕੋਲੋਂ ਪੁੱਤਰ ਮੰਗਣਾ, ਦੁੱਧ ਮੰਗਣਾ, ਮਹਾਰਾਜ ਕੋਲੋਂ ਕਾਰੋਬਾਰ ਮੰਗਾਂਗੇ, ਸੇਵਾ ਕਰਾਂਗੇ, ਮਹਾਰਾਜ ਸਾਡਾ ਕਾਰੋਬਾਰ ਠੀਕ ਕਰ ਦੇਵੇ, ਸੇਵਾ ਕਰਾਂਗੇ, ਮਹਾਰਾਜ ਸਾਡੇ ਘਰ ਪੁੱਤਰ ਦੀ ਦਾਤ ਬਖਸ਼ ਦੇਵੇ। ਕੋਈ ਕਹਿੰਦਾ ਸੇਵਾ ਕਰਾਂਗੇ, ਮਹਾਰਾਜ ਸਾਡਾ ਮੁਕੱਦਮਾ ਜਿੱਤਿਆ ਜਾਵੇ। ਇੱਦਾਂ ਸਿੱਖ ਵੱਖਰੀਆਂ ਵੱਖਰੀਆਂ ਅਰਦਾਸਾਂ ਕਰਦੇ ਹਨ ਤੇ ਗੁਰੂ ਸਾਹਿਬ ਸਭ ਦੀ ਝੋਲੀ ਭਰੀ ਜਾਂਦੇ ਹਨ। ਹਾਂਜੀ, ਸੁਤ ਬਿਤ ਆਦਿਕ ਸੋਤ ਹੈ ਪਾਵਹਿ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਬਿੱਤ ਮੰਗਦਾ, ਧਨ ਪਦਾਰਥ, ਸੋਨਾ ਚਾਂਦੀ, ਵਧੀਆ ਮਕਾਨ ਦੁਕਾਨ ਮੰਗਦਾ। ਜੋ ਮੰਗਦਾ ਸਿੱਖ ਮਹਾਰਾਜ ਦਿੰਦੇ ਹਨ। ਹਾਂਜੀ, ਰਾਤ ਹੋਏ ਲੈ ਸੰਗ ਸਭਨ ਕੋ। ਸਾਧ ਸੰਗਤ ਜੀ, ਸਵੇਰ ਸਾਰ ਤੜਕਾ ਹੁੰਦਾ ਹੈ, ਦਿਨ ਚੜ੍ਹਦਾ ਹੈ ਤੇ ਗੁਰੂ ਅਰਜਨ ਦੇਵ ਜੀ ਸਾਰਿਆਂ ਸਿੱਖਾਂ ਨੂੰ ਨਾਲ ਲੈ ਕੇ ਚੱਲ ਪੈਂਦੇ ਹਨ। ਸਗਰੇ ਦਿਨ ਮਹਿ ਕਰਹਿ ਖਨਨ ਕੋ। ਤੇ ਜਾ ਕੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾ ਦਿੰਦੇ ਨੇ। ਸਾਰਾ ਦਿਨ ਇਹ ਖੁਦਾਈ ਜਾਰੀ ਰਹਿੰਦੀ। ਸਾਰਾ ਦਿਨ ਸਿੱਖ ਮਿੱਟੀ ਪੁੱਟਦੇ ਰਹਿੰਦੇ ਸਰੋਵਰ ਦੀ ਤੇ ਟੋਕਰੀਆਂ 'ਚ ਪਾ ਪਾ ਕੇ ਬਾਹਰ ਸਿੱਟਦੇ ਰਹਿੰਦੇ। ਸੰਧਿਆ ਹੋਤ ਜਾਤ ਵਿੱਚ ਗ੍ਰਾਮ। ਸ਼ਾਮ ਜਦੋਂ ਹੁੰਦੀ ਹੈ ਸੰਧਿਆ ਤੇ ਵਾਪਸ ਗੁਰੂ ਕੇ ਮਹਿਲਾਂ 'ਚ ਨਗਰ 'ਚ ਗੁਰੂ ਜੀ ਚਲੇ ਜਾਂਦੇ ਨੇ। ਬਨਹਿ ਦੇਗ ਬੜ ਗੁਰ ਕੇ ਧਾਮ। ਔਰ ਗੁਰੂ ਘਰ ਦੇ ਵਿੱਚ ਬਹੁਤ ਲੰਗਰ ਪੱਕਦਾ ਹੈ। ਗੁਰੂ ਕੀ ਦੇਗ, ਗੁਰੂ ਕਾ ਲੰਗਰ। ਇੱਥੇ ਦੇਗ ਦਾ ਅਰਥ ਲੰਗਰ ਹੈ। ਦੇਗ ਦੇ ਕਈ ਅਰਥ ਹੁੰਦੇ ਸਾਧ ਸੰਗਤ ਜੀ, ਪਰ ਇੱਥੇ ਦੇਗ ਦਾ ਅਰਥ ਹੈ ਗੁਰੂ ਕੀ ਦੇਗ, ਗੁਰੂ ਕਾ ਲੰਗਰ। ਬੜਾ ਵੱਡਾ ਲੰਗਰ ਬਣਦਾ, ਸੈਂਕੜੇ ਹਜ਼ਾਰਾਂ ਸਿੱਖਾਂ ਦੇ ਲਈ ਪ੍ਰਸ਼ਾਦਾ ਬਣਦਾ, ਦਾਲ ਬਣਦੀ ਹੈ, ਖੀਰ ਕੜਾ, ਜਿਹੋ ਜਿਹਾ ਮਹਾਰਾਜ ਦਾ ਹੁਕਮ ਹੁੰਦਾ ਉਹੋ ਜਿਹਾ ਲੰਗਰ ਬਣਦਾ। ਹਾਂਜੀ, ਸਗਰੀ ਸੰਗਤ ਪਾਏ ਆਹਾਰੇ। ਸਾਰੀ ਸੰਗਤ ਜੋ ਸਾਰਾ ਦਿਨ ਸੇਵਾ ਕਰਦੀ ਹੈ ਗੁਰੂ ਕੇ ਲੰਗਰ 'ਚੋਂ ਪ੍ਰਸ਼ਾਦਾ ਛਕਦੀ। ਸਵੇਰ ਤੋਂ ਹੀ ਲੰਗਰ ਸ਼ੁਰੂ ਹੋ ਜਾਂਦਾ, ਜਿਹਦਾ ਜੀ ਕਰੇ ਜਦੋਂ ਮਰਜ਼ੀ ਜਾ ਕੇ ਪ੍ਰਸ਼ਾਦਾ ਛਕ ਲਏ, ਫਿਰ ਸੇਵਾ ਕਰਨ ਲੱਗ ਜਾਏ। ਉਹਨਾਂ ਦਿਨਾਂ ਵਿੱਚ ਚਾਹ ਤਾਂ ਹੁੰਦੀ ਨਹੀਂ ਸੀ, ਲੱਸੀ ਪੀਂਦੇ ਆ ਸਿੱਖ, ਦੁੱਧ ਪੀਂਦੇ ਆ ਤੇ ਪ੍ਰਸ਼ਾਦਾ ਦਾਲ ਫੁਲਕਾ ਗੁਰੂ ਕੇ ਲੰਗਰ 'ਚੋਂ ਛਕਦੇ ਆ। ਹਾਂਜੀ, ਤਹਾਂ ਜਾਮਨੀ ਬਸਹਿ ਹੈ ਸਾਰੇ। ਔਰ ਸਿੱਖ ਜਿਹੜੇ ਹਨ ਉਹ ਰਹਿੰਦੇ ਵੀ ਅੰਮ੍ਰਿਤਸਰ ਹੀ ਹਨ, ਜਾਂਦੇ ਨਹੀਂ ਵਾਪਸ, ਵੀ ਰਾਤ ਉੱਥੇ ਹੀ ਰਹਿੰਦੇ, ਸਵੇਰੇ ਫਿਰ ਸੇਵਾ ਕਰਦੇ। ਕੋਈ ਹਫ਼ਤਾ ਸੇਵਾ ਕਰਦਾ, ਕੋਈ ਮਹੀਨਾ ਕਰਦਾ, ਕੋਈ 2 ਮਹੀਨੇ ਕਰਦਾ। ਜਿੰਨੀ ਕਿਸੇ ਤੋਂ ਸੇਵਾ ਬਣ ਆਉਂਦੀ ਹੈ, ਸਰੋਵਰ ਦੀ ਸੇਵਾ ਰਹਿ ਕੇ ਸਿੱਖ ਕਰਦੇ ਹਨ ਅੰਮ੍ਰਿਤਸਰ ਵਿੱਚ ਰਹਿ ਕੇ। ਭੋਰ ਸਭ ਕਿਰਿਆ ਸੁਧਾਰ। ਔਰ ਸਵੇਰ ਹੁੰਦੀ ਹੈ ਤੇ ਸਾਰੀ ਕਿਰਿਆ ਜਿਹੜੀ ਜ਼ਿੰਮੇਵਾਰੀ ਨਾਲ ਸਿੱਖ ਨਿਭਾਉਂਦੇ ਹਨ। ਹਾਂਜੀ, ਕਰਹਿ ਜਾਏ ਤੀਰਥ ਕੀ ਕਾਰ। ਗੁਰੂ ਸਾਹਿਬ ਆਪ ਜਾ ਕੇ ਖੜ ਜਾਂਦੇ ਕੋਲ। ਸਿੱਖ ਕਈਆਂ ਬਾਟੇ ਲੈ ਕੇ ਆ ਜਾਂਦੇ ਆ, ਕਈਆਂ ਵਾਲੇ ਕਈਆਂ ਨਾਲ ਮਿੱਟੀ ਪੁੱਟਣ ਲੱਗ ਪੈਂਦੇ ਆ ਤੇ ਟੋਕਰੀਆਂ ਵਾਲੇ ਟੋਕਰੀਆਂ 'ਚ ਪਾ ਪਾ ਕੇ ਬਾਹਰ ਲਿਜਾ ਕੇ ਸੁੱਟਣ ਲੱਗ ਜਾਂਦੇ ਆ। ਹਾਂਜੀ, ਇਸ ਪ੍ਰਕਾਰ ਕੇਤਕ ਦਿਨ ਕਰੇ। ਇਸ ਪ੍ਰਕਾਰ ਕਈ ਦਿਨ ਖੁਦਾਈ ਸਰੋਵਰ ਦੀ ਜਾਰੀ ਰਹੀ ਹੈ। ਕਈ ਦਿਨ ਸੰਗਤਾਂ ਮਿੱਟੀ ਪੁੱਟਦੀਆਂ ਰਹੀਆਂ। ਹਾਂਜੀ, ਖੰਨਹਿ ਮ੍ਰਿਤਕਾ ਬਾਹਰ ਗਿਰੇ। ਇਹ ਕੰਮ ਕੋਈ ਛੋਟਾ ਤਾਂ ਹੈ ਨਹੀਂ ਸੀ। ਅੱਜ ਕੱਲ੍ਹ ਤਾਂ ਬਲਡੋਜ਼ਰ ਨੇ, ਮਸ਼ੀਨਾਂ ਨੇ ਮਿੱਟੀ ਪੁੱਟ ਕੇ ਤੇ ਬਾਹਰ JBC ਵਗੈਰਾ ਨਾਲ ਸੁੱਟ ਦਿੰਦੇ ਆ। ਕਈ ਤਰ੍ਹਾਂ ਦੀਆਂ ਚੱਲ ਪਈਆਂ, ਪਰ ਉਦੋਂ ਇਹ ਕਿਹੜਾ ਮਸ਼ੀਨਾਂ ਹੁੰਦੀਆਂ ਸੀ, ਕਈਆਂ ਨਾਲ ਹੀ ਪੁੱਟਣਾ ਪੈਂਦਾ ਸੀ। ਬੜਾ ਉਹ ਵੱਡਾ ਕੰਮ ਸੀਗਾ, ਕੋਈ ਛੋਟਾ ਮੋਟਾ ਸਰੋਵਰ ਵੀ ਨਹੀਂ। ਸਰੋਵਰ ਵੀ ਬੜਾ ਵੱਡਾ ਬਣ ਰਿਹਾ ਸੀ। ਹਜ਼ਾਰਾਂ ਹੀ ਸਿੱਖ ਲੱਗਦੇ ਸੀ, ਹਜ਼ਾਰਾਂ ਹੀ ਸਿੱਖ ਸੇਵਾ ਕਰਦੇ ਸੀ। ਜਿੱਦਾਂ ਜਦ ਕੋਈ ਮਹੀਨੇ ਲਈ, ਕੋਈ 15 ਦਿਨ ਲਈ, ਕੋਈ ਹਫ਼ਤੇ ਲਈ ਆਉਂਦੇ ਸੀ, ਗੁਰੂ ਘਰ 'ਚ ਰਹਿ ਕੇ ਖੁਦਾਈ ਸਰੋਵਰ ਦੀ ਕਰਦੇ ਸੀ। ਹਾਂਜੀ, ਬਹੁ ਗੰਭੀਰ ਕਰਿਓ ਬਰਤਾਲ। ਔਰ ਇਹ ਸਰੋਵਰ ਖੋਦਦੇ ਥੱਲੇ ਡੂੰਘਾ ਲੈ ਗਏ। ਖੁਦਾਈ ਬਹੁਤ ਥੱਲੇ ਤੱਕ ਕੀਤੀ ਤਾਂ ਕਿ ਜਦੋਂ ਪਾਣੀ ਭਰ ਜਾਵੇ ਇੱਕ ਵਾਰੀ ਤੇ ਫਿਰ ਮੁੜ ਕੇ ਸੁੱਕੇ ਨਾ। ਉੱਪਰਲੀ ਸਤ੍ਹਾ ਤੇ ਜੇ ਪਾਣੀ ਹੋਵੇ ਤੇ ਉਹ ਸਾਧ ਸੰਗਤ ਦੀ ਸੁੱਕ ਵੀ ਜਾਂਦਾ ਤੇ ਖਰਾਬ ਵੀ ਹੋ ਜਾਂਦਾ ਛੇਤੀ। ਜੇ ਡੂੰਘਾ ਤਲਾਬ ਹੋਵੇ ਤੇ ਥੱਲਿਓਂ ਪਾਣੀ ਜਿਹੜਾ ਹੈ ਉਹ ਧਰਤੀ ਨਾਲ ਰਲ ਜਾਵੇ ਤੇ ਫਿਰ ਥੱਲੇ ਡੂੰਘਾ ਹੋਣ ਕਰਕੇ ਪਾਣੀ ਖਰਾਬ ਨਹੀਂ ਹੁੰਦਾ, ਸੁੱਕਦਾ ਨਹੀਂ। ਇਹ ਸਾਰੀਆਂ ਗੱਲਾਂ ਦੇਖਣੀਆਂ ਪੈਂਦੀਆਂ। ਸਰੋਵਰ ਬਣਾਉਣ ਲੱਗਿਆ
ਲਗਭਗ 17-18 ਫੁੱਟ ਤੱਕ ਡੂੰਘਾਈ ਗਈ ਹੈ ਸਰੋਵਰਾਂ ਦੀ। ਹਾਂਜੀ, ਕਹਿ ਕਰਵਾਵੈ ਗੁਰੂ ਵਿਸਾਲ, ਮਹਾਰਾਜ ਆਪ ਕੋਲ ਖੜ ਖੜ ਕੇ ਸਰੋਵਰ ਦੀ ਸੇਵਾ ਕਰਾਉਂਦੇ ਹਨ। ਬਹੁ ਸਿੱਖਨ ਕੀ ਹੋਏ ਭੀੜ, ਫਿਰ ਬਹੁਤ ਸਾਰੇ ਸਿੱਖਾਂ ਦੀ ਭੀੜ ਜਿਹੜੀ ਹੈ ਉਹ ਸਾਧ ਸੰਗਤ ਜੀ ਉੱਥੇ ਗੁਰੂ ਕੇ ਸਰੋਵਰ ਦੀ ਸੇਵਾ 'ਚ ਲੱਗੀ ਰਹਿੰਦੀ ਹੈ। ਹਾਂਜੀ, ਸੁਨ ਸੁਨ ਮਹਿਮਾ ਆਵਹਿ ਤੀਰ, ਮਹਿਮਾ ਸਰੋਵਰ ਦੀ ਸੁਣ ਕੇ ਲੋਕ ਆਉਂਦੇ, ਚਲੋ ਬਈ ਸਰੋਵਰ ਬਣ ਰਿਹਾ, ਸੇਵਾ ਕਰੀਏ। ਬੜੇ ਪ੍ਰੇਮ ਨਾਲ ਗੁਰੂ ਕੇ ਸ਼ਰਧਾਲੂ ਸਿੱਖ ਸੇਵਾ ਦਾ ਸ਼ੌਂਕ ਇੰਨਾ ਜ਼ਿਆਦਾ ਵੀ ਸਾਰੇ ਕੰਮ ਛੱਡ ਕੇ ਆਪਣੇ ਘਰਾਂ ਦੇ ਕੰਮ, ਖੇਤੀਬਾੜੀ ਦੇ ਕੰਮ, ਦੁਕਾਨਦਾਰੀ ਦੇ ਕੰਮ, ਵਪਾਰ ਦੇ ਜੋ ਵੀ ਕਿਸੇ ਦਾ ਕਾਰੋਬਾਰ ਹੈ, ਉਹਨਾਂ ਦਿਨਾਂ ਵਿੱਚ ਆਮ ਤੌਰ 'ਤੇ 2-3 ਕੰਮ ਹੀ ਜ਼ਿਆਦਾ ਹੁੰਦੇ ਸੀ। ਜਾਂ ਤਾਂ ਕੋਈ ਖੇਤੀਬਾੜੀ ਕਰਦਾ ਸੀ, ਜਾਂ ਕੋਈ ਨੌਕਰੀ ਪੇਸ਼ਾ ਸਰਕਾਰੀ ਹੁੰਦਾ ਸੀ, ਤੇ ਜਾਂ ਕੋਈ ਦੁਕਾਨਦਾਰੀ ਜਾਂ ਵਪਾਰ ਕਰਦਾ ਸੀ। ਇੱਦਾਂ ਦੇ ਸਿੱਖ ਜਿਹੜੇ ਵਪਾਰੀ ਜਾਂ ਦੁਕਾਨਦਾਰ ਜਾਂ ਖੇਤੀਬਾੜੀ ਵਾਲੇ, ਉਹ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਆਪਣੇ ਕੰਮ ਭੁੱਲ ਜਾਂਦੇ ਹਨ। ਬਈ ਸਾਡਾ ਘਰ ਦਾ ਕੰਮ ਹੈ, ਉਹ ਕਿਵੇਂ ਹੋਵੇਗਾ, ਇਹ ਨਹੀਂ ਚਿੰਤਾ ਕਰਦੇ। ਕਹਿੰਦੇ ਗੁਰੂ ਘਰ ਦੀ ਸੇਵਾ ਕਰੀਏ, ਘਰ ਦੇ ਕੰਮ ਤੇ ਗੁਰੂ ਨੇ ਆਪੇ ਹੀ ਕਰ ਦੇਣੇ। ਇਹਨਾਂ ਵਿਸ਼ਵਾਸ ਉਹਨਾਂ ਦੇ ਮਨ ਵਿੱਚ ਵੀ ਘਰ ਦੇ ਕੰਮ ਤੇ ਗੁਰੂ ਕਰਦਾ ਹੀ ਪਿਆ, ਆਪਾਂ ਸੇਵਾ 'ਚ ਚੱਲੀਏ। ਕੋਈ ਮਹੀਨਾ, ਕੋਈ ਹਫ਼ਤਾ, ਕੋਈ ਜਿੰਨਾ ਕਿਸੇ ਕੋਲੋਂ ਬਣ ਆਉਂਦਾ। ਮਜਬੂਰੀ ਨਹੀਂ, ਮਹਾਰਾਜ ਕਿਸੇ ਨੂੰ ਮਜਬੂਰ ਨਹੀਂ ਕਰਦੇ ਵੀ ਤੂੰ ਪੱਕਾ ਹੀ ਭਾਈ ਇੱਥੇ ਰਹਿ ਤੇ ਘਰ ਦਾ ਕੰਮ ਛੱਡ ਦੇ, ਇਹ ਨਹੀਂ ਕਹਿੰਦੇ ਮਹਾਰਾਜ। ਪਰ ਫਿਰ ਵੀ ਸਿੱਖ ਜਿਹੜੇ ਨੇ ਆਪੇ ਹੀ ਮਹੀਨਾ 2-2 ਮਹੀਨੇ ਰਹਿ ਜਾਂਦੇ ਹਨ। ਹਾਂਜੀ, ਕੇਤਕ ਅੰਨ ਪੁੰਜ ਕੋ ਅੰਨ ਹੈ, ਸੇਵਾ ਵੀ ਕਈ ਕਿਸਮ ਦੀ ਹੈ। ਕਈ ਆਪਣੇ ਪਿੰਡਾਂ 'ਚੋਂ ਆਟਾ ਪੀਸ ਕੇ ਲਿਆਉਂਦੇ। ਅੱਜ ਕੱਲ੍ਹ ਤਾਂ ਚੱਕੀਆਂ ਬਿਜਲੀ ਨਾਲ ਚੱਲਦੀਆਂ ਨੇ ਤੇ ਛੇਤੀ ਆਟਾ ਮਿਲ ਜਾਂਦਾ। ਪਹਿਲਾਂ ਖਰਾਸ ਨਾਲ ਜਾਂ ਹੱਥ ਦੀ ਚੱਕੀ ਨਾਲ ਹੀ ਪੀਸਣਾ ਪੈਂਦਾ ਸੀ। ਘਰ ਦੇ ਵਿੱਚ ਗਰੀਬ ਲੋਕ ਆਪਣੀਆਂ ਘਰ ਦੀਆਂ ਚੱਕੀਆਂ ਨਾਲ ਹੱਥੀਂ ਪੀਹ ਲੈਂਦੇ ਸੀ। 1-2 ਕਿਲੋ ਆਟਾ ਜਿੰਨਾ ਰੋਜ਼ ਚਾਹੀਦਾ ਹੁੰਦਾ ਸੀ। ਮਾਈਆਂ 5-5 ਕਿਲੋ 7-7 ਕਿਲੋ ਪੀਣ ਰੋਜ਼ ਪੀਹ ਲੈਂਦੀਆਂ ਸਨ। ਬੜਾ ਔਖਾ ਕੰਮ ਹੈ, ਕਹਿਣਾ ਸੌਖਾ। ਇੰਨੇ ਦਾਣੇ ਪੀਹ ਲੈਣੇ ਹੱਥਾਂ ਨਾਲ, ਤੇ ਫਿਰ ਆਟਾ ਪਕਾਉਣਾ, ਤੇ ਫਿਰ ਗੁੰਨਣਾ, ਪਕਾ ਕੇ ਛਕਾਉਣਾ, ਸਾਰੇ ਟੱਬਰ ਦੀ ਸੇਵਾ ਕਰਨੀ। ਤੇ ਜਿਹੜੇ ਵੱਡੇ ਪੱਧਰ ਤੇ ਆਟਾ ਚਾਹੀਦਾ ਹੁੰਦਾ ਸੀ ਤੇ ਫਿਰ ਬਲਦਾਂ ਵਾਲਾ ਖਰਾਸ ਹੁੰਦਾ ਸੀ। ਉਹ ਬਲਦ ਘੁੰਮਦੇ ਰਹਿੰਦੇ ਸੀ, ਉਹਦੇ ਨਾਲ ਖਰਾਸ ਗਿੜਦਾ ਸੀ, ਉਹਦੇ ਨਾਲ ਵੱਡੇ ਦਾਣੇ ਦੇ ਇਕੱਠੇ ਮਣ 2-2 ਮਣ ਆਟਾ ਪੀਏ ਜਾਂਦਾ ਸੀ। ਫਿਰ ਵੀ ਉਹ ਜਿਹੜਾ ਅੱਜ ਕੱਲ੍ਹ ਵਰਗਾ ਨਹੀਂ ਸੀ। ਹੌਲੇ ਹੌਲੇ ਤੋਂ ਪਿੰਡਾਂ ਤੋਂ ਸਿੱਖ ਖਰਾਸ ਗੇੜ ਕੇ ਜਾਂ ਚੱਕੀਆਂ ਪੀਸ ਕੇ ਆਟਾ ਲੈ ਕੇ ਆਉਂਦੇ, ਦਾਲਾਂ ਲੈ ਕੇ ਆਉਂਦੇ। ਜੇ ਕਿਸੇ ਦੇ ਖੇਤਾਂ 'ਚ ਸਬਜ਼ੀ ਹੁੰਦੀ, ਉਹ ਲੰਗਰ ਵਾਸਤੇ ਸਬਜ਼ੀਆਂ ਲੈ ਕੇ ਆਉਂਦੇ। ਕਈ ਦੁੱਧ ਤੇ ਦਹੀਂ ਲੈ ਕੇ ਆਉਂਦੇ। ਹਾਂਜੀ, ਪਾਏ ਦੇਗ ਮਹਿ ਸ਼ਰਧਾ ਠਨ ਹੈ, ਉਹ ਸ਼ਰਧਾ ਨਾਲ ਲੰਗਰ 'ਚ ਹਿੱਸਾ ਪਾਉਂਦੇ। ਕੋਈ ਦਾਲ, ਕੋਈ ਸਬਜ਼ੀ, ਕੋਈ ਲੂਣ, ਕੋਈ ਘਿਓ, ਜੋ ਕਿਸੇ ਕੋਲ ਹੁੰਦਾ ਉਹ ਮਹਾਰਾਜ ਦੇ ਲੰਗਰ 'ਚ ਹਿੱਸਾ ਪਾਉਂਦੇ ਸਿੱਖ। ਕੇਤਕ ਧਨ ਕੋ ਆਨ ਚੜਾਵ ਹੈ, ਕਈ ਧਨੀ ਸਿੱਖ ਨੇ, ਪੈਸੇ ਵਾਲੇ ਨੇ, ਲੱਖਾਂ ਪਤੀ ਨੇ, ਉਹ ਮਹਾਰਾਜ ਦੇ ਕੋਲ ਮਾਇਆ ਦਾ ਗੱਫਾ ਲਿਆ ਕੇ ਭੇਟਾ ਕਰਦੇ। ਲਓ ਮਹਾਰਾਜ, ਤੁਸੀਂ ਪਰਉਪਕਾਰ ਕਰ ਰਹੇ ਹੋ, ਇਹ ਸੇਵਾ ਸਾਡੀ ਵੀ ਲਾ ਲਓ। ਕੋਈ 1000 ਰੁਪਈਆ, ਕੋਈ 2, ਕੋਈ 10, ਕੋਈ 50, ਕੋਈ ਲੱਖ ਰੁਪਈਆ ਲੈ ਆਉਂਦਾ, ਜਿੰਨੀ ਕਿਸੇ ਦੀ ਸਮਰੱਥਾ। ਸਿੱਖ ਮਾਇਆ ਵੀ ਦਿੰਦੇ ਆ, ਟਾਈਮ ਵੀ ਕੱਢਦੇ ਆ। ਹਾਂਜੀ, ਦੇਤ ਉਜੂਰਨ ਤਾਲਖ ਨਾਵ ਹੈ, ਉਹ ਜਿਹੜੇ ਬਹੁਤ ਅਮੀਰ ਲੋਕ ਨੇ, ਪੈਸੇ ਵਾਲੇ ਸ਼ਾਹੂਕਾਰ ਲੋਕ ਨੇ, ਜਿਨ੍ਹਾਂ ਕੋਲ ਗੁਰੂ ਦਾ ਦਿੱਤਾ ਬਹੁਤ ਕੁਛ ਹੈ, ਉਹ ਆਪਣੇ ਕੋਲੋਂ ਮਜ਼ਦੂਰੀ ਦੇ ਪੈਸੇ ਦੇ ਕੇ ਮਜ਼ਦੂਰਾਂ ਨੂੰ ਲੈ ਕੇ ਆਉਂਦੇ ਵੀ ਚਲੋ ਤੁਸੀਂ ਬਈ ਸੇਵਾ ਕਰੋ, ਤੁਹਾਨੂੰ ਦਿਹਾੜੀ ਦੇਵਾਂਗੇ, ਪੈਸੇ ਦੇਵਾਂਗੇ। ਉਹ ਮਜ਼ਦੂਰ ਵਿੱਚ ਸੇਵਾ ਕਰਦੇ ਆ ਤੇ ਸ਼ਾਹੂਕਾਰ ਸਿੱਖ ਜਿਹੜੇ ਨੇ ਉਹਨਾਂ ਨੂੰ ਮਾਇਆ ਦਿੰਦੇ। ਕਾਬਲ, ਪਸ਼ਾਵਰ, ਮੁਲਤਾਨ, ਲਾਹੌਰ, ਕਸ਼ਮੀਰ, ਬਲਖ, ਬੁਖਾਰੇ ਤੱਕ ਇੱਧਰ ਜਿਹੜੇ ਸਾਧ ਸੰਗਤ ਜੀ ਪੱਛਮ 'ਚ ਸਿੱਖ ਸਨ, ਜ਼ਿਆਦਾਤਰ ਵਪਾਰੀ ਸਨ। ਇਹੋ ਜਿਹੇ ਵਪਾਰੀ ਸਿੱਖ ਸਨ ਵੀ ਕਰੋੜਾਂਪਤੀ ਕਹਿ ਲਓ, ਜਿਨ੍ਹਾਂ ਨੇ ਮਹਾਰਾਜ ਦੇ ਕੋਲ ਮਾਇਆ ਦਾ ਇੰਨਾ ਦਸਵੰਧ ਦੇਣਾ ਵੀ ਕਮੀ ਕੋਈ ਨਹੀਂ ਸੀ ਉਹਨਾਂ ਕੋਲ। ਗੁਰੂ ਦੀ ਕਿਰਪਾ ਸੀ। ਕਾਬਲੀ ਸਿੱਖਾਂ ਕੋਲ ਬੜਾ ਪੈਸਾ ਸੀ, ਪਿਸ਼ਾਵਰੀ ਸਿੱਖਾਂ ਕੋਲ ਬੜਾ ਪੈਸਾ ਸੀ, ਮੁਲਤਾਨੀ ਸਿੱਖਾਂ ਕੋਲ ਬੜਾ ਪੈਸਾ ਸੀ, ਲਾਹੌਰੀ ਸਿੱਖਾਂ ਕੋਲ ਵੀ ਪੈਸਾ ਬਹੁਤ ਸੀ। ਇੱਦਾਂ ਬਲਖ, ਬੁਖਾਰੇ 'ਚ, ਈਰਾਨ 'ਚ, ਕੰਧਾਰ 'ਚ, ਗਜਨੀ 'ਚ ਸਿੱਖ ਰਹਿੰਦੇ। ਦੂਰੋਂ ਦੂਰੋਂ ਪੈਸਾ ਭੇਜਦੇ ਗੁਰੂ ਕੇ ਲੰਗਰਾਂ ਵਾਸਤੇ ਵੀ,
ਸਰੋਵਰ ਦੀ ਸੇਵਾ ਵਾਸਤੇ ਵੀ। ਹਾਂਜੀ, ਕੇਤਕ ਆਪ ਆਏ ਤਹ ਰਹੈ। ਤੇ ਕਈ ਆਪ ਗੁਰੂ ਘਰ ਚ ਆ ਕੇ ਰਹਿ ਜਾਂਦੇ ਵੀ ਉੱਥੇ ਹੀ ਰਹਿ ਕੇ ਸੇਵਾ ਕਰਾਂਗੇ। ਮਾਇਆ ਵੀ ਦਿੰਦੇ, ਆਪ ਵੀ ਰਹਿੰਦੇ। ਗੁਰੂ ਦੇ ਪਿਆਰਿਆਂ ਦਾ ਕੋਈ ਅੰਤ ਥੋੜਾ। ਗੁਰੂ ਕੀ ਸਿੱਖੀ ਸਾਧ ਸੰਗਤ ਜੀ ਬਹੁਤ ਹੈ। ਅਸੀਂ ਸਿਰਫ ਆਪਣੇ ਤੱਕ ਹੀ ਦੇਖਦੇ ਹਾਂ ਵੀ ਅਸੀਂ ਰਹਿ ਗਏ ਤਾਂ ਠੀਕ ਹੈ, ਜੇ ਅਸੀਂ ਮਰ ਗਏ ਤਾਂ ਕੋਈ ਨਹੀਂ। ਨਹੀਂ ਸਾਧ ਸੰਗਤ ਜੀ, ਇਹ ਮਹਾਰਾਜ ਦਾ ਪੰਥ ਹੈ ਗੁਰੂ ਨਾਨਕ ਸਾਹਿਬ ਦਾ, ਇਹ ਤਾਂ ਸਦਾ ਹੀ ਚੱਲਦਾ ਰਹਿਣਾ। ਗੁਰੂ ਕੇ ਪਿਆਰ ਵਾਲੇ ਸਿੱਖ ਦੀਵਾਨੇ, ਪ੍ਰਧਾਨੇ, ਮਸਤਾਨੇ, ਸਭ ਤਰ੍ਹਾਂ ਦੇ ਸਿੱਖ ਚਾਹੀਦੇ। ਸਭ ਤਰ੍ਹਾਂ ਦੇ ਸਿੱਖ ਹੁੰਦੇ ਵੀ ਰਹਿਣਗੇ। ਉਹ ਆਪੋ ਆਪਣੇ ਯੋਗਦਾਨ ਪਾਉਂਦੇ ਰਹਿਣਗੇ। ਗੁਰੂ ਪੰਥ ਖਾਲਸਾ ਇਦਾਂ ਹੀ ਚੱਲਦਾ ਰਹੇਗਾ। ਕਦੀ ਇਹ ਪੰਥ ਖਤਮ ਨਹੀਂ ਹੋਣਾ। ਜਿਹੜੇ ਕਹਿੰਦੇ ਨਾ ਵੀ ਪੰਥ ਨੂੰ ਖਤਮ ਕਰ ਦਿਆਂਗੇ ਜਾਂ ਪੰਥ ਖਤਮ ਹੋ ਜਾਏਗਾ, ਉਹ ਸੁਪਨੇ ਲਈ ਜਾਣ। ਬੇਸ਼ੱਕ ਪੰਥ ਗੁਰੂ ਦਾ ਹੈ, ਇਹ ਨਹੀਂ ਖਤਮ ਹੋਣਾ। ਸੱਚ ਦਾ ਮਾਰਗ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚਲਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸੇਵਾ ਦੇ ਸਿਮਰਨ ਦੀਆਂ ਮੁੱਢ ਥੰਮੀਆਂ ਹਨ। ਜਿੰਨਾ ਚਿਰ ਸਾਡੇ ਕੋਲ ਸੇਵਾ ਸਿਮਰਨ ਰਹੇਗਾ, ਉਹਨਾਂ ਚਿਰ ਖਾਲਸਾ ਪੰਥ ਰਹੇਗਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇਖੋ, ਸਰੋਵਰ ਦੀ ਸੇਵਾ ਕਰਨ ਲਈ ਕਿੰਨੇ ਕਿੰਨੇ ਧਨਾੜ ਸਿੱਖ, ਕਰੋੜਾਪਤੀ ਸਿੱਖ। ਹੁਣ ਵੀ ਜਦੋਂ ਸੇਵਾ ਹੋਈ ਸੀ, ਲਗਭਗ 10-12 ਸਾਲ ਹੀ ਹੋਏ ਨੇ ਸੇਵਾ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸਫਾਈ ਦੀ ਹੋਈ। ਸਾਧ ਸੰਗਤ ਜੀ, ਹੋ ਸਕਦਾ ਤੁਸੀਂ ਟੀਵੀ ਤੇ ਦੇਖਿਆ ਹੋਵੇ ਜਾਂ ਆਪ ਵੀ ਤੁਹਾਡੇ ਚੋਂ ਕੋਈ ਗੁਰਮੁਖ ਗਿਆ ਹੋਵੇ। ਅਸੀਂ ਤਾਂ ਉੱਥੇ ਜਾ ਕੇ ਕੋਲ ਖੜ ਕੇ ਸੇਵਾ ਦਾ ਨਜ਼ਾਰਾ ਵੇਖਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਤੇਰੀ ਮਹਿਮਾ ਦਾ ਕੋਈ ਅੰਤ ਨਹੀਂ। ਉਹ ਬੀਬੀਆਂ ਜਿਨ੍ਹਾਂ ਦੇ ਕੱਪੜੇ ਲੱਖਾਂ ਰੁਪਈਆਂ ਦੇ ਸੂਟ ਪਾਏ ਹੋਏ, ਗਹਿਣੇ ਪਾਏ ਹੋਏ, ਆਪਣੀ ਚੁੰਨੀਆਂ, ਉਹਨਾਂ ਦੀ ਚੁੰਨੀਆਂ ਵੀ ਕਈ ਹਜ਼ਾਰ ਦੀਆਂ ਚੁੰਨੀਆਂ, ਉਹਦੇ 'ਚ ਇਸ ਤਰ੍ਹਾਂ ਮਿੱਟੀ ਪਾ ਕੇ, ਗਾਰ ਪਾ ਕੇ ਸਰੋਵਰ ਦੀ ਤੇ ਬਾਹਰ ਸੁੱਟਦੇ। ਤੇ ਕੱਪੜਿਆਂ ਦੇ ਉੱਤੇ ਇੱਦਾਂ ਆਪਣੇ ਮਹਿੰਗੇ ਤੋਂ ਮਹਿੰਗੇ ਕੱਪੜਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਰੋਵਰ ਦੀ ਸੇਵਾ ਕਰਦੇ। ਰਾਜੇ ਮਹਾਰਾਜੇ ਸੇਵਾ ਕਰਦੇ, ਵੱਡੇ ਵੱਡੇ। ਇਹ ਕੋਈ ਛੋਟਾ ਘਰ ਥੋੜਾ, ਇਹ ਤਾਂ ਬਾਦਸ਼ਾਹ ਦੇ ਪਾਤਸ਼ਾਹ ਦਾ ਘਰ ਹੈ। ਇੱਥੇ ਰਾਜੇ ਮਹਾਰਾਜੇ ਭਿਖਾਰੀ ਬਣ ਕੇ ਆਉਂਦੇ ਹਨ। ਤੋ ਇਹ ਸਰੋਵਰ ਦੀ ਸੇਵਾ ਜਦੋਂ ਵੀ ਹੋਈ ਹੈ, ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ, ਅੰਮ੍ਰਿਤਸਰ ਦੇ ਸਰੋਵਰ ਦੀ ਸੇਵਾ ਵੇਲੇ ਕੋਈ ਕਿਸੇ ਤਰ੍ਹਾਂ ਦੀ ਘਾਟ ਨਹੀਂ ਸੰਗਤ ਨੇ ਵਿਖਾਈ। ਜਦੋਂ 1923 ਦੇ ਵਿੱਚ ਸੇਵਾ ਹੋਈ ਸੀ, ਉਦੋਂ ਸਾਧ ਸੰਗਤ ਜੀ ਸੋਨੇ ਦੀਆਂ ਕਈਆਂ, ਚਾਂਦੀ ਦੀਆਂ ਕਈਆਂ ਤੇ ਸੋਨੇ ਦੇ ਬਾਟੇ ਬਣਾਏ ਗਏ ਸਨ। ਅੱਜ ਵੀ ਜਦੋਂ ਮਹਾਰਾਜ ਦਾ ਜਲੌ ਲੱਗਦਾ ਨਾ ਹਰਿਮੰਦਰ ਸਾਹਿਬ ਸਾਹਮਣੇ, ਉਹ 5 ਕਈਆਂ ਚਾਂਦੀ ਦੀਆਂ ਤੇ ਸੋਨੇ ਦੇ ਬਾਟੇ ਰੱਖੇ ਹੁੰਦੇ। 5 ਬਾਟੇ ਸੋਨੇ ਦੇ ਤੇ 5 ਕਈਆਂ ਚਾਂਦੀ ਦੀਆਂ। ਇਹ ਗੁਰੂ ਰਾਮਦਾਸ ਮਹਾਰਾਜ ਤੇਰੇ ਦਰਬਾਰ ਦੀ ਮਹਿਮਾ ਹੈ। ਨਹੀਂ ਸਾਧ ਸੰਗਤ ਜੀ, ਕਦੀ ਸੋਨੇ ਦੇ ਭਾਂਡਿਆਂ ਵਿੱਚ, ਸੋਨੇ ਦੇ ਭਾਂਡੇ 'ਚ ਕੋਈ ਮਿੱਟੀ ਪਾਉਂਦਾ, ਕੋਈ ਚਾਂਦੀ ਦੀਆਂ ਕਈਆਂ ਨਾਲ ਕੋਈ ਪਟਦਾ ਕੋਈ? ਇਹ ਗੁਰੂ ਸਾਹਿਬ ਜੀ ਦੇ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਵਡਿਆਈ ਹੈ। ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰਿਆ, ਨਾਨਕ ਕਸਮ ਲਜਾਏ ਨਾਇ ਰਾਮਦਾਸ। ਸਰੋਵਰ ਦੀ ਸੇਵਾ ਹੋਈ ਤੇ ਅੰਮ੍ਰਿਤਸਰ ਦਾ ਡੀਸੀ ਕਹਿਣ ਲੱਗਾ, ਐਨੀ ਜਿਹੜੀ ਕਾਰ ਨਿਕਲੇਗੀ, ਗਾਰਾ ਨਿਕਲੇਗਾ, ਕਿੱਥੇ ਸੁੱਟਣਗੇ? ਸਿੰਘ ਕਹਿੰਦੇ ਤੁਸੀਂ ਦੇਖੀ ਜਾਓ, ਇਹ ਤਾਂ ਲੱਭਣਾ ਕੋਈ ਨਹੀਂ। ਸਾਧ ਸੰਗਤ ਜੀ, ਲੋਕ ਘਰਾਂ ਨੂੰ ਹੀ ਰਹਿ ਗਏ। ਸਾਰਾ ਪਾਈਆ ਨਹੀਂ ਮਿਲਿਆ। ਪਾਈਆ ਲੋਕਾਂ ਨੂੰ, ਸੰਗਤਾਂ ਨੂੰ। ਕੋਈ ਅਮਰੀਕਾ ਲੈ ਕੇ ਆਇਆ ਤੇ ਕੋਈ ਕੈਨੇਡਾ ਲੈ ਕੇ ਗਿਆ, ਕੋਈ ਇੰਗਲੈਂਡ ਲੈ ਕੇ ਗਿਆ, ਕੋਈ ਜਰਮਨ, ਕੋਈ ਆਸਟ੍ਰੇਲੀਆ, ਕੋਈ ਬੰਬੇ, ਕੋਈ ਕਲਕੱਤੇ। ਜਿੱਥੋਂ ਜਿਹਦੇ ਸਿੱਖ ਆਏ ਸੀ ਨਾ, ਉਹਦੇ ਭਾਗ ਸਮਝਦੇ ਵੀ ਸਾਡੇ ਘਰ ਗੁਰੂ ਸਾਹਿਬ ਦੇ ਸਰੋਵਰ ਦੀ ਮਿੱਟੀ ਜਾਵੇ। ਤੇ ਉਹਦਾ ਇੱਕ ਤੋਲਾ ਤਰਸਦੇ ਰਹੇ ਵੀ ਸਤਿਗੁਰਾਂ ਦੇ ਦਰਬਾਰ ਦੀ ਸੇਵਾ ਦੀ, ਕੋਈ ਕਾਰ ਸੇਵਾ ਦੀ ਮਿੱਟੀ ਸਾਡੇ ਘਰ ਚਲੀ ਜਾਏ। ਸੋ ਇਹ ਭਾਵਨਾ ਤੇ ਸ਼ਰਧਾ ਦੀਆਂ ਗੱਲਾਂ ਨੇ, ਇਹਨਾਂ ਨੂੰ ਤਰਕ ਨਾਲ ਨਹੀਂ ਤੋਲਿਆ ਜਾ ਸਕਦਾ। ਤਰਕ ਬਿਤਰਕ ਵਾਲੇ, ਕਿੰਤੂ ਪ੍ਰੰਤੂ ਵਾਲੇ ਕਹਿਣਗੇ ਮਿੱਟੀ 'ਚ ਕੀ ਪਿਆ ਹੈ, ਪਾਣੀ 'ਚ ਕੀ ਪਿਆ ਹੈ। ਪਰ ਸਾਧ ਸੰਗਤ ਜੀ,
जे कोई दादी अपने पोते नूं गोदी च बिठा के लाड़ प्यार कर रही है ना, ਉਹਦਾ ਮੂੰਹ ਚੁੰਮਦੀ है, ਉਹਨੂੰ प्यार करती है, उस दादी नूं जिहड़ा उस पोते दे चुकण दा स्वाद आ रहा है, जिहड़ा उस बच्चे नूं प्यार करन दा लाड़ करन दा दादी नूं आनंद आ रहा है, वो दादी जानदी है, दूजा तां नहीं कोई जानदा। वो फीलिंग जिहड़ी है ना, ਉਹਨੂੰ ही पता भी की ਉਹਨੂੰ स्वाद आ रहा, की ਉਹਨੂੰ ਉਹ 'ਚ नशा आ रहा, की ਉਹਨੂੰ ਉਹ 'ਚ आनंद आ रहा। वो मां नूं पुछो। इदां जिहड़ा गुरु घर की सेवा का गुरसिखां नूं आनंद आ रहा, जिहड़ा गुरसिखां नूं प्यार आ रहा, जिहड़ा गुरु के प्यार दे विच कर रहे ने, वो गुरु के सिख ही जानते, दूजे नूं की पता। सो गुरु साहब सच्चे पातशाह किरपा करन। ये कथा हुण चलनी अगे किवें संतोखसर साहब ते अमृतसर साहब आदि सरोवरां की सेवा हुई है, आप आनंद माणांगे। समय के लिहाज नाल समाप्ति है। हे गोबिंद, हे गोपाल, हे दयाल लाल, प्राणनाथ अनाथ सखे।